ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 39 ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਕੋਸਟ ਅਕਾਊਂਟਿੰਗ ਦੇ ਅੱਗੇ ਪ੍ਰੈਕਟਿਸ ਕਰਾਂਗੇ। ਪ੍ਰੈਕਟਿਸ ਵਿੱਚ ਆਪਾਂ ਕੀ ਕਰਾਂਗੇ ਅੱਜ ਮਿਕਸ ਕੁਐਸਚਨ ਹੋਣਗੇ, ਲੀਫੋ ਮੈਥਡ ਦੇ ਵੀ ਹੋਣਗੇ, ਫੀਫੋ ਮੈਥਡ ਦੇ ਵੀ ਹੋਣਗੇ ਤੇ EOQ ਦੇ ਵੀ ਹੋਣਗੇ। ਠੀਕ ਹੈ ਫਰੈਂਡਸ, ਇਹਨਾਂ ਤਿੰਨਾਂ ਦੇ ਮੇਰੇ ਮਿਕਸ ਕੁਐਸਚਨ ਹੋਣਗੇ, ਉਹਨਾਂ ਦੀ ਅੱਜ ਅਸੀਂ ਪ੍ਰੈਕਟਿਸ ਕਰਾਂਗੇ। ਜਿਹੜਾ ਮੈਂ ਪਿਛਲੇ ਲੈਕਚਰ ਵਿੱਚ ਤੁਹਾਡੇ ਤੋਂ ਕੁਐਸਚਨ ਪੁੱਛਿਆ ਸੀ ਉਹਦੀ ਐਕਸਪਲੇਨੇਸ਼ਨ ਵੀ ਮੈਂ ਇसी ਲੈਕਚਰ ਵਿੱਚ ਦੇ ਦਾਂਗਾ ਤੁਹਾਨੂੰ। ਠੀਕ ਹੈ, ਪਹਿਲਾ ਕੁਐਸਚਨ ਹੀ ਉਹੀ ਹੋਏਗਾ। ਤਾਂ ਸੋ ਜਿਹੜੇ ਬੱਚਿਆਂ ਨੇ ਉੱਥੇ ਕਮੈਂਟ ਕੀਤਾ ਉਹ ਆਪਣਾ ਆਨਸਰ ਚੈੱਕ ਕਰ ਸਕਦੇ ਹਨ। ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ, ਈ-ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਪਹਿਲਾ ਕੁਐਸਚਨ ਹੈ, ਵਿਚ ਟਾਈਪ ਆਫ ਦੀ ਇਨਵੈਂਟਰੀ ਸਿਸਟਮ ਰਿਕੁਆਇਰਡ ਦੀ ਅਪਡੇਟਿੰਗ ਦੀ ਇਨਵੈਂਟਰੀ ਬੈਲੈਂਸ ਐਟ ਦਾ ਐਂਡ ਆਫ ਦੀ ਅਕਾਊਂਟਿੰਗ ਪੀਰੀਅਡ। ਕਿਸ ਤਰ੍ਹਾਂ ਦੇ ਜਿਹੜੀ ਸਾਨੂੰ ਇਨਵੈਂਟਰੀ ਸਿਸਟਮ ਦੀ ਲੋੜ ਪੈਂਦੀ ਹੈ ਆਪਣੇ ਇਨਵੈਂਟਰੀ ਨੂੰ ਅਪਡੇਟ ਕਰਨ ਲਈ ਜਦੋਂ ਆਪਣਾ ਅਕਾਊਂਟਿੰਗ ਪੀਰੀਅਡ ਐਂਡ ਵਿੱਚ ਆਪਾਂ ਕਰਦੇ ਹਾਂ। ਕਿਹੜਾ ਸਿਸਟਮ ਹੁੰਦਾ ਜਿਸ ਨਾਲ ਅਸੀਂ ਜਿਹੜੀ ਅਪਡੇਟ ਕਰਦੇ ਹਾਂ ਇਨਵੈਂਟਰੀ ਉਹ ਸਾਨੂੰ ਸਾਲ ਦੇ ਐਂਡ ਵਿੱਚ ਹੀ ਕਰਨੀ ਹੁੰਦੀ ਹੈ। ਕਿਹੜਾ ਹੁੰਦਾ? ਪੀਰੀਓਡਿਕ ਇਨਵੈਂਟਰੀ ਸਿਸਟਮ, ਲੀਫੋ, ਪ੍ਰੋਵਿਊਸ਼ਨ ਇਨਵੈਂਟਰੀ ਸਿਸਟਮ, ਫੀਫੋ। ਦੱਸੋ ਕਿਹੜਾ ਮੈਥਡ ਸੀ ਉਹ? ਇਹ ਹੋਏਗਾ ਪੀਰੀਓਡਿਕ ਇਨਵੈਂਟਰੀ ਸਿਸਟਮ। ਇਸ ਵਿੱਚ ਆਪਾਂ ਕੀ ਕਰਦੇ ਹਾਂ ਕਿ ਆਪਾਂ ਜੇ ਕੋਈ ਸੇਲ ਕਰ ਰਹੇ ਹਾਂ ਜਾਂ ਪਰਚੇਸ ਕਰ ਰਹੇ ਹਾਂ ਓਨ ਕ੍ਰੈਡਿਟ 'ਤੇ ਕਰਦੇ ਹਾਂ, ਭਾਵੇਂ ਉਹ ਕੈਸ਼ 'ਤੇ ਕਰ ਰਹੇ ਹਾਂ। ਜੇ ਕ੍ਰੈਡਿਟ 'ਤੇ ਕਰ ਰਹੇ ਹਾਂ ਆਪਾਂ ਜ਼ਿਆਦਾ ਮੇਨਟੇਨ ਜਿਹੜਾ ਰਿਕਾਰਡ ਮੇਨਟੇਨ ਨਹੀਂ ਕਰਦੇ। ਆਪਾਂ ਕੀ ਕਰਦੇ ਹਾਂ ਐਜ਼ ਆ ਅਕਾਊਂਟਿੰਗ ਪੀਰੀਅਡ ਦੇ ਐਂਡ ਵਿੱਚ ਆਪਾਂ ਆਪਣੀ ਅਪਡੇਟ ਇਨਵੈਂਟਰੀ ਦੇਖ ਲੈਂਦੇ ਹਾਂ। ਕਿਸ ਤਰ੍ਹਾਂ ਦੇਖ ਲੈਂਦੇ ਹਾਂ? ਫਿਜ਼ੀਕਲ ਕਾਊਂਟ ਕਰ ਲੈਂਦੇ ਹਾਂ, ਫਿਜ਼ੀਕਲੀ ਜਾ ਕੇ ਦੇਖ ਲੈਂਦੇ ਹਾਂ। ਠੀਕ ਹੈ, ਸਾਡੇ ਕੋਲ ਜ਼ਿਆਦਾ ਡਾਟਾ ਰਿਕਾਰਡ ਨਹੀਂ ਹੁੰਦਾ, ਸਿਰਫ ਫਿਜ਼ੀਕਲੀ ਆਪਾਂ ਚੈੱਕ ਕਰ ਲੈਂਦੇ ਹਾਂ ਕਿੰਨੀ ਇਨਵੈਂਟਰੀ ਸਾਡੇ ਕੋਲ ਪਈ ਹੈ। ਉਸ ਨੂੰ ਇਸ ਸਿਸਟਮ ਨੂੰ ਕੀ ਕਹਿੰਦੇ ਆ? ਪੀਰੀਓਡਿਕ ਇਨਵੈਂਟਰੀ ਸਿਸਟਮ। ਜਿਸ ਵਿੱਚ ਜਿਹੜੀ ਆਪਾਂ ਅਪਡੇਟ ਕਰਦੇ ਹਾਂ ਇਨਵੈਂਟਰੀ ਉਹ ਆਪਾਂ ਸਾਲ ਦੇ ਅੰਤ ਵਿੱਚ ਕਰਦੇ ਹਾਂ ਅਤੇ ਉਸ ਵੇਲੇ ਕਿਹੜਾ ਸਿਸਟਮ ਲੱਗਦਾ? ਪੀਰੀਓਡਿਕ ਇਨਵੈਂਟਰੀ ਸਿਸਟਮ ਲੱਗਦਾ। ਪੀਰੀਓਡਿਕ ਇਨਵੈਂਟਰੀ ਸਿਸਟਮ ਕੀ ਹੁੰਦਾ ਕਿ ਜਾ ਕੇ ਫਿਜ਼ੀਕਲੀ ਕਾਊਂਟ ਕਰਨਾ, ਅਤੇ ਜ਼ਰੂਰੀ ਨਹੀਂ ਹੈ ਇਸ ਵਿੱਚ ਮੈਂ ਡੇਲੀ ਜਿਹੜਾ ਅਪਡੇਟ ਕਰਾਂ ਰਿਕਾਰਡ ਕਰਾਂ। ਠੀਕ ਹੈ, ਸੈਕਿੰਡ ਕੁਐਸਚਨ ਹੈ, ਇਨ ਲੀਫੋ ਮੈਥਡ ਆਫ ਇਨਵੈਂਟਰੀ ਵੈਲੂਏਸ਼ਨ। ਲੀਫੋ ਮੈਥਡ ਇਨਵੈਂਟਰੀ ਵੈਲੂਏਸ਼ਨ 'ਚ ਕੀ ਹੈ ਦੱਸੋ ਮੈਨੂੰ? ਜਦੋਂ ਆਪਾਂ ਇਨਵੈਂਟਰੀ ਵੈਲੂਏਸ਼ਨ ਕਰ ਰਹੇ ਹੁੰਦਾ ਜਦੋਂ ਉਸ ਵਕਤ ਜਿਹੜਾ ਆਪਾਂ ਲੀਫੋ ਮੈਥਡ ਲਾਉਂਦੇ ਹਾਂ ਉਸ ਨਾਲ ਕੀ ਹੁੰਦਾ? ਮਤਲਬ ਕਿ ਇਸ਼ੂ ਆਫ ਸਟੋਕਸ ਟੂ ਦਾ ਪ੍ਰੋਡਕਸ਼ਨ ਇਟਸ ਲੇਟੈਸਟ ਪ੍ਰਾਈਸ 'ਤੇ ਕਰਦੇ ਹਾਂ, ਜਾਂ ਕਲੋਜ਼ਿੰਗ ਸਟੋਕ ਇਜ਼ ਦਾ ਲੇਟੈਸਟ ਪ੍ਰਾਈਸ 'ਤੇ ਕਰਦੇ ਹਾਂ, ਜਾਂ ਬੋਥ A ਐਂਡ B ਹੁੰਦਾ, ਨਾਈਦਰ A ਔਰ ਨੋਰ B ਹੁੰਦਾ। ਲੀਫੋ ਮੈਥਡ 'ਚ ਆਪਾਂ ਜੇ ਕੋਈ ਇਨਵੈਂਟਰੀ ਵੈਲੂਏਸ਼ਨ ਕਰਦੇ ਹਾਂ ਤਾਂ ਸਾਡਾ ਕੀ ਆਪਾਂ ਕਿਸ ਆਧਾਰ 'ਤੇ ਕਰਦੇ ਹਾਂ? ਮਤਲਬ ਕਹਿਣ ਦਾ ਭਾਵ ਕਿ ਲੀਫੋ ਮੈਥਡ ਨਾਲ ਸਾਨੂੰ ਕਿਹੜੇ ਸਟੋਕ ਦੀ ਗੱਲ ਹੋ ਰਹੀ ਹੁੰਦੀ ਹੈ? ਲੇਟੈਸਟ ਪ੍ਰਾਈਸ ਦੀ ਗੱਲ ਹੋ ਰਹੀ ਹੁੰਦੀ ਹੈ, ਓਲਡ ਪ੍ਰਾਈਸ ਦੀ ਗੱਲ ਹੋ ਰਹੀ ਹੁੰਦੀ ਹੈ, ਜਾਂ ਕਲੋਜ਼ਿੰਗ ਬੈਲੈਂਸ ਸਟੋਕ ਦੀ ਲੇਟੈਸਟ ਪ੍ਰਾਈਸ ਦੀ ਗੱਲ ਹੋ ਰਹੀ ਹੁੰਦੀ ਹੈ, ਜਾਂ ਬੋਥ A ਐਂਡ B ਹੋ ਰਿਹਾ ਹੁੰਦਾ, ਜਾਂ ਨਾਈਦਰ A ਔਰ ਨੋਰ B ਹੋ ਰਿਹਾ ਹੁੰਦਾ। ਦੱਸੋ ਲਿਫੋ ਮੈਥਡ ਕੀ ਹੈ? ਲਾਸਟ ਇਨ ਫਸਟ ਆਊਟ ਮੈਥਡ ਜੇ ਤੁਹਾਨੂੰ ਪਿਛਲੇ ਲੈਕਚਰ 'ਚ ਹੀ ਕਰਾਇਆ। ਜਦੋਂ ਆਪਾਂ ਉਸ ਮੈਥਡ ਨੂੰ ਲਾਉਂਦੇ ਹਾਂ ਤਾਂ ਕਿਹੜਾ ਪ੍ਰਾਈਸ ਆਪਾਂ ਸ਼ੋਅ ਕਰਦੇ ਹਾਂ? ਦੱਸੋ ਇਸ਼ੂ ਕਰਨ ਵਕਤ। ਇਹਦਾ ਆਂਸਰ ਆਏਗਾ ਇਸ਼ੂ ਆਫ ਦ ਸਟੋਕਸ ਟੂ ਦਾ ਪ੍ਰੋਡਕਸ਼ਨ ਇਜ਼ ਦਾ ਲੇਟੈਸਟ ਪ੍ਰਾਈਸ। ਲਾਸਟ ਇਨ ਫਸਟ ਆਊਟ ਮੈਥਡ ਕੀ ਹੈ? ਜੋ ਮੇਰੇ ਕੋਲ ਨਵਾਂ ਮਾਲ ਆਇਆ ਜਿਸ ਨੂੰ ਮੈਂ ਪਰਚੇਸ ਕੀਤਾ, ਠੀਕ ਹੈ, ਜੇ ਉਸ ਨੂੰ ਮੈਨੇ ਇਸ਼ੂ ਕਰਨਾ ਤਾਂ ਮੈਂ ਉਸੇ ਮਾਲ ਨੂੰ ਮੈਂ ਇਸ਼ੂ ਕਰਾਂਗਾ ਰੈਦਰ ਦੈਨ ਕਿ ਜਿਹੜਾ ਮੇਰੇ ਕੋਲ ਪਹਿਲੇ ਵਾਲਾ ਮਾਲ ਪਿਆ। ਯਾਨੀ ਕਿ ਜਿਹੜਾ ਨਵਾਂ ਮਾਲ ਆਇਆ ਉਸ ਨੂੰ ਮੈਂ ਇਸ਼ੂ ਕਰਾਂਗਾ ਜੋ ਮੇਰੇ ਕੋਲ ਹੁਣੀ ਲੇਟੈਸਟ ਆਇਆ ਮਾਲ। ਠੀਕ ਹੈ, ਜੇ ਲੇਟੈਸਟ ਆਇਆ ਤਾਂ ਉਹਦਾ ਰੇਟ ਵੀ ਲੇਟੈਸਟ ਹੀ ਹੋਏਗਾ, ਤਾਂ ਪ੍ਰਾਈਸ ਵੀ ਲੇਟੈਸਟ ਹੋਏਗਾ ਪਿਛਲੇ ਨਾਲੋਂ। ਠੀਕ ਹੈ, ਜੇ ਪਿਛਲਾ 10 ਰੁਪਏ ਰੇਟ ਸੀ, 100 ਕੁਆਂਟੀਟੀਆਂ 10 ਰੁਪਏ ਰੇਟ ਸੀ, ਤਾਂ ਇਹ 200 ਕੁਆਂਟੀਟੀਆਂ ਦਾ ਕਿੰਨਾ ਰੇਟ ਹੋਏਗਾ? 12 ਰੁਪਏ ਰੇਟ ਹੋ ਸਕਦਾ। ਤਾਂ ਮੈਂ ਜਿਹੜਾ ਲੇਟੈਸਟ ਵਾਲਾ ਰੇਟ ਲਵਾਂਗਾ ਇਸ ਨਾਲ ਮੈਂ ਆਪਣੀ ਇਨਵੈਂਟਰੀ ਦੀ ਵੈਲੂਏਸ਼ਨ ਕਰਾਂਗਾ। ਠੀਕ ਹੈ, ਇਸ਼ੂ ਆਫ ਸਟੋਕਸ ਟੂ ਦਾ ਪ੍ਰੋਡਕਸ਼ਨ ਇਜ਼ ਦਾ ਲੇਟੈਸਟ ਪ੍ਰਾਈਸ। अगला क्वेश्चन है द इन्वेंट्री मेथड डेट विल ऑलवेज प्रोड्यूस द सेम अमाउंट फॉर कॉस्ट ऑफ गुड सोल्ड इन पीरियोडिक इन्वेंट्री हैज़ इन प्रोपोर्शनल इन्वेंट्री सिस्टम वुड बी फीफो, लीफो, वेटेज एवरेज, नन ऑफ दीज। दसो इसका की आंसर होएगा?
ਇਸ ਵਿੱਚ ਕੀ ਪੁੱਛ ਰਿਹਾ ਉਹ ਇਨਵੈਂਟਰੀ ਮੈਥਡ ਦਾ ਪੁੱਛ ਰਿਹਾ ਕਿ ਕੋਈ ਇਹਨਾਂ 'ਚੋਂ ਮੈਨੂੰ ਕਿਹੜਾ ਮੈਥਡ ਹੋਏਗਾ ਜਿਹਦੇ ਨਾਲ ਮੇਰੀ ਜਿਹੜੀ ਅਮਾਊਂਟ ਆ ਰਹੀ ਹੈ ਕੋਸਟ ਆਫ ਗੁੱਡ ਸੋਲਡ ਦੀ ਉਹ ਪੀਰੀਓਡਿਕ ਇਨਵੈਂਟਰੀ ਸਿਸਟਮ ਵਿੱਚ ਵੀ ਸੇਮ ਆ ਰਹੀ ਹੈ ਅਤੇ ਪ੍ਰੋਵਿਊਸ਼ਨਲ ਇਨਵੈਂਟਰੀ ਸਿਸਟਮ 'ਚ ਵੀ ਸੇਮ ਆ ਰਹੀ ਹੈ। ਦੱਸੋ ਕਿਹੜਾ ਮੈਥਡ ਹੋਏਗਾ ਇਹ। ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦਿਓ। ਠੀਕ ਹੈ ਫਰੈਂਡਸ, ਠੀਕ ਹੈ ਨਾ। ਜਿਹੜਾ ਤੁਹਾਡੇ ਤੋਂ ਮੈਂ ਪਿਛਲੇ ਲੈਕਚਰ ਦਾ ਪੁੱਛਿਆ ਸੀ ਉਹਦਾ ਮੈਂ ਫਸਟ ਕੁਐਸਚਨ ਵਿੱਚ ਹੀ ਤੁਹਾਨੂੰ ਐਕਸਪਲੇਨ ਕਰਤਾ ਹੈ। ਠੀਕ ਹੈ, ਜੋ ਪਿਛਲੇ ਲੈਕਚਰ 'ਚ ਪੁੱਛਿਆ ਸੀ ਮੈਂ ਉਹਦਾ ਐਕਸਪਲੇਨ ਕਰਤਾ। ਅੱਜ ਤੁਹਾਡੇ ਤੋਂ ਮੈਂ ਥਰਡ ਕੁਐਸਚਨ ਪੁੱਛ ਰਿਹਾ ਜਿਹਦਾ ਤੁਸੀਂ ਮੈਨੂੰ ਜ਼ਰੂਰ ਐਕਸਪਲੇਨ ਕਰਨਾ। ਠੀਕ ਹੈ, अगला क्वेश्चन है इन्वेंट्री डज नॉट इंक्लूड की इंक्लूड नहीं करता हो मटेरियल यूज इन द प्रोडक्शन ऑफ गुड टू बी सोल्ड एसेट इंटेंडेड टू बी सोल्ड इन द नॉर्मल कोर्स ऑफ बिजनेस इक्विपमेंट यूज इन द मैन्युफैक्चरिंग आर सोल्ड एसेट्स करंटली इन द प्रोडक्शन फॉर नॉर्मल सेल्स। इन्वेंट्री च की इंक्लूड नहीं होंदा दसो। ਜਿਹੜਾ ਮਟੀਰੀਅਲ ਯੂਜ਼ ਹੋ ਰਿਹਾ ਮੇਰੀ ਪ੍ਰੋਡਕਸ਼ਨ ਵਿੱਚ ਪ੍ਰੋਡਕਸ਼ਨ ਆਫ ਗੁੱਡਸ ਵਿੱਚ ਜਿਹਨੂੰ ਮੈਂ ਸੋਲਡ ਕਰਨਾ ਉਸ ਨੂੰ ਮੈਂ ਇਨਕਲੂਡ ਨਹੀਂ ਕਰਾਂਗਾ ਜਾਂ ਐਸੈਟਸ ਇੰਟੈਂਡਡ ਟੂ ਬੀ ਸੋਲਡ ਕਿ ਉਹਨੂੰ ਮੈਂ ਹਲੇ ਐਸੈਟ ਨੂੰ ਸੋਲਡ ਕਰਨਾ ਇਨ ਦਾ ਨੋਰਮਲ ਕੋਰਸ ਆਫ ਬਿਜ਼ਨਸ 'ਚ ਹਲੇ ਮੈਨੇ ਸੋਲਡ ਕਰਨਾ ਉਹਨੂੰ ਨਹੀਂ ਇਨਕਲੂਡ ਕਰਾਂਗੇ ਇਨਵੈਂਟਰੀ ਵਿੱਚ। ਜਾਂ ਇਕਵਿਪਮੈਂਟ ਯੂਜ਼ ਇਨ ਦਾ ਮੈਨੂਫੈਕਚਰਿੰਗ ਆਰ ਸੋਲਡ ਜਿਹੜਾ ਮੈਨੇ ਇਕਵਿਪਮੈਂਟ ਯੂਜ਼ ਕੀਤਾ ਮੈਨੂਫੈਕਚਰਿੰਗ ਵਿੱਚ ਉਹ ਸੋਲਡ ਹੋ ਚੁੱਕਾ ਹੈ ਜਾਂ ਉਹਨੂੰ ਨਹੀਂ ਇਨਕਲੂਡ ਕਰਾਂਗਾ। ਜਾਂ ਐਸੈਟਸ ਕਰੰਟਲੀ ਇਨ ਪ੍ਰੋਡਕਸ਼ਨ ਫॉर ਨੋਰਮਲ ਸੇਲਸ ਜਾਂ ਉਹਨੂੰ ਨਹੀਂ ਇਨਕਲੂਡ ਕਰਾਂਗਾ। ਹਲੇ ਮੇਰਾ ਜਿਹੜਾ ਐਸੈਟਸ ਆ ਉਹ ਕਰੰਟਲੀ ਪ੍ਰੋਡਕਸ਼ਨ ਵਿੱਚ ਹੈ ਫॉर ਨੋਰਮਲ ਸੇਲਸ ਵਿੱਚ ਮਤਲਬ ਜਿਹੜੇ ਐਸੈਟ ਹੈ ਮੇਰੇ ਪ੍ਰੋਡਕਸ਼ਨ ਵਿੱਚ ਲੱਗ ਰਹੇ ਨੇ ਨੋਰਮਲ ਸੇਲਸ ਵਕਤ ਜਾਂ ਉਹਨੂੰ ਇਨਕਲੂਡ ਕਰਾਂਗਾ। ਮਤਲਬ ਜਿਹੜੇ ਐਸੈਟ ਯੂਜ਼ ਹੋ ਰਹੇ ਨੇ ਮੇਰੇ ਜਿਹੜੀ ਮੈਂ ਪ੍ਰੋਡਕਸ਼ਨ ਕਰ ਰਿਹਾ ਫॉर ਨੋਰਮਲ ਸੇਲਸ ਲਈ ਜਿਹੜੀ ਮੈਂ ਪ੍ਰੋਡਕਸ਼ਨ ਕਰ ਰਿਹਾ ਉਸ ਵਿੱਚ ਜਿਹੜੇ ਐਸੈਟ ਯੂਜ਼ ਹੋ ਰਹੇ ਨੇ ਉਹਨੂੰ ਨਹੀਂ ਇਨਕਲੂਡ ਕਰਾਂਗਾ। ਜਾਂ ਇਕਵਿਪਮੈਂਟ ਯੂਜ਼ ਇਨ ਦਾ ਮੈਨੂਫੈਕਚਰਿੰਗ ਆਰ ਸੋਲਡ ਜਿਹੜੇ ਉਹ ਸੋਲਡ ਹੋ ਚੁੱਕੇ ਜਾਂ ਉਹਨੂੰ ਇਨਕਲੂਡ ਕਰਾਂਗਾ। ਦੱਸੋ ਇਹ 'ਚੋਂ ਕਿਹੜਾ ਕੁਐਸਚਨ ਦਾ ਆਨਸਰ ਠੀਕ ਹੋਏਗਾ, ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਇਹਦਾ ਆਨਸਰ ਆਏਗਾ ਸੀ ਆਪਸ਼ਨ ਇਕਵਿਪਮੈਂਟ ਯੂਜ਼ ਇਨ ਦਾ ਮੈਨੂਫੈਕਚਰਿੰਗ ਆਰ ਸੋਲਡ। ਜਿਹੜਾ ਇਕਵਿਪਮੈਂਟ ਮੈਂ ਯੂਜ਼ ਕੀਤਾ ਹੈ ਮੈਨੂਫੈਕਚਰਿੰਗ ਵਿੱਚ ਉਹ ਸੋਲਡ ਹੋ ਚੁੱਕਾ ਉਸ ਨੂੰ ਮੈਂ ਕਦੀ ਵੀ ਇਨਵੈਂਟਰੀ 'ਚ ਨਹੀਂ ਪਾਵਾਂਗਾ। ਬਾਕੀ ਤਿੰਨ ਆਪਸ਼ਨ ਦੇਖੋ ਮਟੀਰੀਅਲ ਜਿਹੜਾ ਯੂਜ਼ ਹੋ ਰਿਹਾ ਪ੍ਰੋਡਕਸ਼ਨ ਵਿੱਚ ਹਲੇ ਉਹ ਸੋਲਡ ਨਹੀਂ ਹੋਇਆ। ਠੀਕ ਹੈ, ਐਸੈਟ ਜਿਹੜਾ ਇੰਟੈਂਡਡ ਟੂ ਬੀ ਸੋਲਡ ਹਲੇ ਮੈਨੇ ਸੋਲਡ ਕਰਨਾ ਉਹਨੂੰ। ਠੀਕ ਹੈ, ਨੋਰਮਲ ਕੋਰਸ ਆਫ ਬਿਜ਼ਨਸ ਵਿੱਚ ਇਨ ਦਾ ਨੋਰਮਲ ਕੋਰਸ ਆਫ ਬਿਜ਼ਨਸ ਵਿੱਚ ਜਿਹੜਾ ਮੈਨੇ ਐਸੈਟ ਮੇਰੇ ਕੋਲ ਐਸੈਟ ਆ ਹਲੇ ਉਹਨੂੰ ਮੈਂ ਸੋਲਡ ਕਰਨਾ ਜਦ ਤੱਕ ਸੋਲਡ ਨਹੀਂ ਹੋਇਆ ਉਹ ਮੇਰੀ ਇਨਵੈਂਟਰੀ ਦਾ ਪਾਰਟ ਹੋ ਗਿਆ। ਇਕਵਿਪਮੈਂਟ ਯੂਜ਼ ਹੋ ਚੁੱਕਾ ਠੀਕ ਹੈ ਇਨ ਮੈਨੂਫੈਕਚਰਿੰਗ ਵਿੱਚ ਅਤੇ ਉਹ ਸੋਲਡ ਹੋ ਚੁੱਕਾ ਮਤਲਬ ਆਰ ਸੋਲਡ ਤਾਂ ਉਸ ਨੂੰ ਮੈਂ ਇਨਵੈਂਟਰੀ ਵਿੱਚ ਇਨਕਲੂਡ ਨਹੀਂ ਕਰਾਂਗਾ। ਐਸੈਟ ਜਿਹੜੇ ਆ ਉਹ ਮੇਰੇ ਹਲੇ ਕਰੰਟਲੀ ਪ੍ਰੋਡਕਸ਼ਨ ਵਿੱਚ ਯੂਜ਼ ਹੋ ਰਹੇ ਨੇ ਫॉर ਨੋਰਮਲ ਸੇਲਸ ਕਾਹਦੇ ਲਈ ਨੋਰਮਲ ਸੇਲਸ ਕਰਨ ਲਈ ਜਿਹੜੇ ਮੇਰੀ ਪ੍ਰੋਡਕਸ਼ਨ ਵਿੱਚ ਜਿਹੜੇ ਐਸੈਟ ਯੂਜ਼ ਹੋ ਰਹੇ ਨੇ ਉਸ ਨੂੰ ਵੀ ਹਾਲੇ ਮੈਂ ਇਨਵੈਂਟਰੀ ਦਾ ਹੀ ਪਾਰਟ ਮੰਨਾਂਗਾ। ਸੋ ਉਹਦਾ ਆਨਸਰ ਕਿਹੜਾ ਆ ਜਾਏਗਾ ਸੀ ਆਪਸ਼ਨ। ਅਗਲਾ ਹੈਗਾ ਨੈਟ ਪਰਚੇਸਿਸ ਇਕੁਅਲ ਦੀ ਇਨਵਾਇਸ ਅਮਾਊਂਟ ਐਂਡ ਨੈਟ ਪਰਚੇਸਿਸ ਇਕੁਅਲ ਦੀ ਇਨਵਾਇਸ ਅਮਾਊਂਟ ਐਂਡ ਵਿੱਚ ਕਿਹੜਾ ਲੱਗੇਗਾ ਇਸ ਆਪਸ਼ਨ ਦੱਸੋ ਮੈਨੂੰ। प्लस फ्रेट इन प्लस डिस्काउंट्स लैस परचेस रिटर्न्स प्लस परचेस अलाउंसिस प्लस फ्रेट इन लैस परचेस डिस्काउंट्स प्लस डिस्काउंट्स लैस परचेस रिटर्न्स। ਉਹਦਾ ਆਨਸਰ ਕੀ ਆ ਜਾਏਗਾ ਸੀ ਆਪਸ਼ਨ। ਇਹ ਤੁਹਾਡੇ ਤੋਂ ਸ਼ਾਇਦ ਮੈਨੇ ਪਿਛਲੇ ਲੈਕਚਰ 'ਚ ਕੁਐਸਚਨ ਪੁੱਛਿਆ ਵੀ ਸੀ। ਠੀਕ ਹੈ, ਉਹਦਾ ਆਨਸਰ ਤੁਹਾਨੂੰ ਮੋਰ ਐਕਸਪਲੇਨ ਕਰਤਾ ਕਿ ਨੈਟ ਪਰਚੇਸਿਸ ਜਿਹੜੀ ਇਕੁਅਲ ਅਮਾਊਂਟ ਹੁੰਦੀ ਹੈ ਇਨਵਾਇਸ ਦੀ ਉਹਦੇ ਨਾਲ ਹੋਰ ਕੀ ਆਉਂਦਾ ਪਲੱਸ ਫਰੇਟ ਇਨ ਆਉਂਦਾ ਫਰੇਟ ਇਨ ਐਡ ਹੋ ਜਾਂਦਾ ਲੈਸ ਕੀ ਹੁੰਦਾ ਜਿਹੜੇ ਮੈਨੇ ਪਰਚੇਜ ਡਿਸਕਾਊਂਟ ਦਿੱਤੇ ਹੁੰਦੇ ਜਿਹੜਾ ਡਿਸਕਾਊਂਟ ਮੈਨੇ ਅਲਾਊਡ ਕੀਤਾ ਹੁੰਦਾ ਉਹ ਮੈਂ ਨਹੀਂ ਸੋਰੀ ਜਿਹੜਾ ਮੈਨੂੰ ਡਿਸਕਾਊਂਟ ਰਿਸੀਵਡ ਹੋਇਆ ਹੁੰਦਾ। ਠੀਕ ਹੈ, ਡਿਸਕਾਊਂਟ ਰਿਸੀਵਡ ਹੋਇਆ ਹੁੰਦਾ ਉਸ ਨੂੰ ਮੈਂ ਲੈਸ ਕਰ ਦਿੰਦਾ। ਠੀਕ ਹੈ ਫਰੈਂਡਸ, ਕਿਉਂਕਿ ਮੈਂ ਪਰਚੇਸ ਕਰ ਰਿਹਾ ਜੇ ਮੈਂ ਸੇਲ ਕਰ ਰਿਹਾ ਹੁੰਦਾ ਤਾਂ ਉਸ 'ਚ ਕੀ ਹੁੰਦਾ ਡਿਸਕਾਊਂਟ ਅਲਾਊਡ ਹੁੰਦਾ। ਠੀਕ ਹੈ, ਇਹ ਮੇਰਾ ਇੱਕ ਤਰ੍ਹਾਂ ਦਾ ਖਰਚਾ ਹੈ ਇਸ ਵਿੱਚ ਮੈਂ ਲੈਸ ਕਰਦਾ ਜਿਹੜੇ ਮੈਨੂੰ ਪਰਚੇਸ ਦੇ ਡਿਸਕਾਊਂਟ ਮਿਲ ਗਏ ਤਾਂ ਮੈਨੂੰ ਨੈਟ ਪਰਚੇਸਿਸ ਪਤਾ ਲੱਗ ਜਾਏਗੀ। ਮੇਰੀ ਨੈਟ ਪਰਚੇਸਿਸ ਦੇ ਨਾਲ ਮੇਰਾ ਹੋਰ ਕੀ ਐਡ ਹੋਏਗਾ ਫਰੇਟ ਇਨ ਐਡ ਹੋਏਗਾ ਅਤੇ ਜਿਹੜੇ ਡਿਸਕਾਊਂਟਸ ਉਹ ਮਾਈਨਸ ਹੋ ਜਾਣਗੇ। ਅਗਲਾ ਕੁਐਸਚਨ ਹੈ ਇਨ ਫੀਫੋ ਮੈਥਡ ਆਫ ਦੀ ਇਨਵੈਂਟਰੀ ਵੈਲੂਏਸ਼ਨ ਵਿੱਚ ਉਹ ਇਹੀ ਪੁੱਛ ਰਿਹਾ ਕਿ ਜਿਹੜਾ ਫੀਫੋ ਮੈਥਡ ਜਿਹੜਾ ਇਨਵੈਂਟਰੀ ਵੈਲੂਏਸ਼ਨ ਦਾ ਉਸ ਵਿੱਚ ਇਹਨਾਂ ਆਪਸ਼ਨਾਂ 'ਚੋਂ ਕਿਹੜਾ ਆਪਸ਼ਨ ਇਸਦੇ ਨਾਲ ਲੱਗਦਾ ਮਤਲਬ ਕਿ ਜਿਹੜਾ ਫੀਫੋ ਮੈਥਡ ਫਸਟ ਇਨ ਫਸਟ ਆਊਟ ਮੈਥਡ ਉਸਦੇ ਨਾਲ ਸਾਨੂੰ ਕੀ ਪਤਾ ਲੱਗਦਾ
ਕਲੋਜ਼ਿੰਗ ਸਟਾਕ ਇਜ਼ ਦ ਲੇਟੈਸਟ ਪ੍ਰਾਈਸ ਦੇ ਉੱਪਰ ਹੁੰਦਾ ਹੈ, ਜਾਂ ਇਸ਼ੂ ਆਫ ਦੀ ਸਟਾਕਸ ਟੂ ਦ ਪ੍ਰੋਡਕਸ਼ਨ ਇਜ਼ ਐਟ ਅਰਲੀਅਸਟ ਪ੍ਰਾਈਸ, ਬੋਥ ਏ ਐਂਡ ਬੀ, ਨਾਈਦਰ ਏ ਐਂਡ ਬੀ। ਮਤਲਬ ਕਿ ਜਿਹੜਾ ਕਲੋਜ਼ਿੰਗ ਸਟਾਕ ਹੈ, ਜਿਹੜਾ ਸਾਲ ਵਿੱਚ ਦੇ ਅੰਤ ਵਿੱਚ ਜਾਂ ਮਹੀਨੇ ਦੇ ਅੰਤ ਵਿੱਚ ਜਿਹੜਾ ਮਾਲ ਬਚ ਗਿਆ ਉਹ ਲੇਟੈਸਟ ਪ੍ਰਾਈਸ ਦੇ ਉੱਪਰ ਹੋਏਗਾ ਫੀਫੋ ਮੈਥਡ ਦੇ ਹਿਸਾਬ ਸਿਰ, ਜਾਂ ਇਸ਼ੂ ਆਫ ਸਟਾਕਸ ਟੂ ਦ ਪ੍ਰੋਡਕਸ਼ਨ ਇਜ਼ ਐਟ ਅਰਲੀਅਸਟ ਪ੍ਰਾਈਸ ਹੋਏਗਾ, ਜਾਂ ਬੋਥ ਏ ਐਂਡ ਬੀ ਹੋਏਗਾ, ਨਾਈਦਰ ਏ ਔਰ ਨੋਰ ਬੀ ਹੋਏਗਾ। ਫੀਫੋ ਮੈਥਡ ਨਾਲ ਕੀ ਮੇਰਾ ਕੀ ਐਕਚੁਅਲ 'ਚ ਮੈਨੂੰ ਕੀ ਪਤਾ ਲੱਗਦਾ ਹੈ? ਇਹਦਾ ਆਂਸਰ ਆਏਗਾ ਕਲੋਜ਼ਿੰਗ ਸਟਾਕ ਇਜ਼ ਦ ਲੇਟੈਸਟ ਪ੍ਰਾਈਸ। ਜਿਹੜਾ ਮੈਂ ਫਸਟ ਇਨ ਫਸਟ ਆਊਟ ਮੈਥਡ ਯੂਜ਼ ਕਰ ਰਿਹਾ ਤਾਂ ਇਹਦਾ ਮਤਲਬ ਜੋ ਮੇਰੇ ਕੋਲ ਪਹਿਲੇ ਮਾਲ ਪਿਆ ਉਹਨੂੰ ਮੈਂ ਹੀ ਯੂਜ਼ ਕਰੀ ਜਾਂਦਾ, ਠੀਕ ਹੈ। ਜਿਹੜਾ ਲੇਟੈਸਟ ਮਾਲ ਆਇਆ ਉਸ ਨੂੰ ਮੈਂ ਤਾਂ ਛੇੜ ਹੀ ਨਹੀਂ ਰਿਹਾ। ਜੇ ਮੈਂ ਉਹਨੂੰ ਨਹੀਂ ਛੇੜ ਰਿਹਾ ਤਾਂ ਉਹੀ ਮੇਰਾ ਕਲੋਜ਼ਿੰਗ ਸਟਾਕ ਬਣ ਜਾਏਗਾ। ਕਲੋਜ਼ਿੰਗ ਸਟਾਕ ਮਤਲਬ ਕਿ ਲੇਟੈਸਟ ਪ੍ਰਾਈਸ ਉੱਪਰ ਬਣ ਜਾਏਗਾ, ਠੀਕ ਹੈ, ਕਿਉਂਕਿ ਉਹਨੂੰ ਮੈਂ ਹਲੇ ਛੇੜਿਆ ਹੀ ਨਹੀਂ, ਕਿਉਂਕਿ ਮੈਂ ਫਸਟ ਇਨ ਫਸਟ ਆਊਟ ਮੈਥਡ ਲਾਈ ਜਾਂਦਾ। ਕਿਉਂਕਿ ਫਸਟ ਇਨ ਫਸਟ ਆਊਟ ਮੈਥਡ 'ਚ ਕੀ ਹੁੰਦਾ, ਜੋ ਮਾਲ ਮੇਰੇ ਕੋਲ ਪਹਿਲੇ ਪਿਆ ਉਸ ਨੂੰ ਮੈਂ ਪਹਿਲੇ ਯੂਜ਼ ਕਰ ਰਿਹਾ, ਜੋ ਮੇਰੇ ਕੋਲ ਬਾਅਦ 'ਚ ਆਇਆ ਉਸ ਨੂੰ ਮੈਂ ਫਸਟ ਇਨ ਫਸਟ ਆਊਟ ਮੈਥਡ ਵਿੱਚ ਨਹੀਂ ਯੂਜ਼ ਕਰਦਾ, ਠੀਕ ਹੈ ਨਾ। ਜੇ ਮੈਨੇ 5 ਤਰੀਕ ਨੂੰ 5 ਅਪ੍ਰੈਲ ਨੂੰ ਕੋਈ ਮਾਲ ਪਰਚੇਸ ਕੀਤਾ 500 ਕੁਆਂਟਿਟੀ ਦਾ, ਫਿਰ ਮੈਂ 6 ਅਪ੍ਰੈਲ ਨੂੰ ਕੁਝ ਮਾਲ ਪਰਚੇਸ ਕੀਤਾ 100 ਕੁਆਂਟਿਟੀ ਦਾ, ਅਤੇ 7 ਨੂੰ ਜੇ ਮੈਂ ਕੁਝ ਸੇਲ ਕਰ ਰਿਹਾ, ਸੇਲ ਕਰਨਾ ਮੈਨੇ, ਠੀਕ ਹੈ, ਮੈਂ 500 ਕੁਆਂਟੀਟੀਆਂ ਵਾਲਾ ਲਵਾਂਗਾ ਪਹਿਲੇ, ਠੀਕ ਹੈ। ਜੇ ਮੈਂ 500 ਕੁਆਂਟਿਟੀ ਵਾਲਾ ਲੈ ਰਿਹਾ ਤਾਂ ਇਸ ਵਿੱਚ ਕਿਹੜਾ ਮੈਥਡ ਲੱਗ ਰਿਹਾ? ਫਸਟ ਇਨ ਫਸਟ ਆਊਟ ਮੈਥਡ। ਅਤੇ ਜਿਹੜਾ 6 ਅਪ੍ਰੈਲ ਵਾਲਾ ਪਿਆ ਉਹ ਐਂ ਪਿਆ ਰਹਿ ਗਿਆ। ਤਾਂ ਮੰਨ ਕੇ ਚੱਲੋ ਜੇ 6 ਅਪ੍ਰੈਲ ਵਾਲਾ ਮੇਰਾ ਕਲੋਜ਼ਿੰਗ ਸਟਾਕ ਹੈ ਤਾਂ ਇਸ ਵਿੱਚ ਜਿਹੜਾ ਲੇਟੈਸਟ ਪ੍ਰਾਈਸ ਉੱਪਰ ਹੈ ਤਾਂ ਇਸਦਾ ਮਤਲਬ ਉਹਦਾ ਆਪਸ਼ਨ ਕਿਹੜਾ ਠੀਕ ਹੋ ਜਾਏਗਾ? ਕਲੋਜ਼ਿੰਗ ਸਟਾਕ ਇਜ਼ ਐਟ ਲੇਟੈਸਟ ਪ੍ਰਾਈਸ। ਇਸ ਮੈਥਡ ਵਿੱਚ ਮੇਰਾ ਜਿਹੜਾ ਕਲੋਜ਼ਿੰਗ ਸਟਾਕ ਹਮੇਸ਼ਾ ਲੇਟੈਸਟ ਪ੍ਰਾਈਸ ਉੱਪਰ ਹੀ ਰਹਿੰਦਾ ਹੈ, ਠੀਕ ਹੈ ਫਰੈਂਡਸ। ਸੇਲਸ ਰੈਵਨਿਊ ਆਰ ਯੂਜ਼ਲੀ ਕੰਸੀਡਰਡ ਅਰਨਡ ਵੈਨ। ਕਦੋਂ ਆਪਾਂ ਜਿਹੜੀ ਸੇਲਸ ਰੈਵਨਿਊ ਆ ਐਕਚੁਅਲ 'ਚ ਆਪਾਂ ਯੂਜ਼ਲੀ ਕੰਸੀਡਰਡ ਕਰਾਂਗੇ ਕਿ ਸਾਨੂੰ ਅਰਨ ਹੋ ਚੁੱਕਾ। ਵੈਨ ਕਦੋਂ ਕਹਾਂਗੇ ਆਪਾਂ ਕਿ ਇੱਕ ਤਰ੍ਹਾਂ ਦੀ ਮੇਰੀ ਸੇਲਸ ਰੈਵਨਿਊ ਹੈ, ਮੈਨੂੰ ਅਰਨਡ ਹੋ ਚੁੱਕੀ ਹੈ, ਕਦੋਂ ਕਹਾਂਗੇ ਆਪਾਂ? ਕੈਸ਼ ਰਿਸੀਵਡ ਫਰੋਮ ਕ੍ਰੈਡਿਟ ਸੇਲ, ਜਿਹੜੀ ਮੈਨੂੰ ਕੈਸ਼ ਰਿਸੀਵਡ ਹੋਈ ਕ੍ਰੈਡਿਟ ਸੇਲ ਤੋਂ। ਐਨ ਆਰਡਰ ਇਜ਼ ਰਿਸੀਵਡ, ਜੇ ਕੋਈ ਆਰਡਰ ਰਿਸੀਵਡ ਹੋ ਜੇ, ਜਾਂ ਗੁੱਡਸ ਹੈਵ ਬੀਨ ਟਰਾਂਸਫਰਡ ਫਰੋਮ ਦੀ ਸੈਲਰ ਟੂ ਬਾਇਰ, ਜੇ ਮੇਰੇ ਜਿਹੜੇ ਗੁੱਡਸ ਹੈ, ਮੇਰੇ ਪ੍ਰੋਡਕਟਸ ਹੈ ਜਿਹੜੇ ਉਹ ਚਾਹੇ ਟਰਾਂਸਫਰ ਹੋ ਜਾਣ ਸੈਲਰ ਟੂ ਬਾਇਰ, ਜਿੰਨੇ ਵੇਚੇ ਆ ਅਤੇ ਜਿਸਨੇ ਖਰੀਦੇ ਉਸ ਕੋਲ ਚਲੇ ਜਾਣ, ਜਿਸਨੇ ਖਰੀਦਿਆ ਨਾ ਉਸ ਕੋਲ ਚਲੇ ਜਾਣ। ਜਾਂ ਐਡਜਸਟਿੰਗ ਐਂਟਰੀਜ਼ ਆਰ ਮੇਡ, ਜੇ ਕੋਈ ਐਡਜਸਟਿੰਗ ਐਂਟਰੀਜ਼ ਆਰ ਮੇਡ ਕਰਦੇ ਹਾਂ। ਸੇਲ ਰੈਵਨਿਊ ਆਪਾਂ ਕਦੋਂ ਕਹਾਇਆ ਜਾਏਗਾ? ਕਦੋਂ ਆਪਾਂ ਕੰਸੀਡਰ ਕਰਾਂਗੇ ਕਿ ਇਹ ਸੇਲ ਰੈਵਨਿਊ ਹੈ ਮੇਰਾ? ਦੱਸੋ। ਇਹਦਾ ਆਂਸਰ ਆਏਗਾ ਸੀ ਆਪਸ਼ਨ, ਠੀਕ ਹੈ ਫਰੈਂਡਸ। ਜਦੋਂ ਮੇਰੇ ਗੁੱਡਸ ਟਰਾਂਸਫਰਡ ਹੋ ਜਾਣ ਸੈਲਰ ਟੂ ਬਾਇਰ ਤਾਂ ਉਦੋਂ ਮੈਂ ਕੀ ਕਹਾਂਗਾ ਕਿ ਮੇਰੀ ਸੇਲ ਰੈਵਨਿਊ ਹੈਜ਼ ਯੂਜ਼ਲੀ ਕੰਸੀਡਰਡ ਕਰਾਂਗਾ, ਉਸ ਨੂੰ ਮੈਂ ਸੇਲ ਰੈਵਨਿਊ ਦੀ ਤਰ੍ਹਾਂ ਲਵਾਂਗਾ, ਠੀਕ ਹੈ। ਇਹ ਮੇਰੀ ਇੱਕ ਸੇਲ ਰੈਵਨਿਊ ਹੋਊਗੀ, ਠੀਕ ਹੈ, ਕਿ ਉਹ ਅਰਨਡ ਹੋ ਗਈ। ਕੰਸੀਡਰਡ ਕਰਾਂ ਕਿ ਹਾਂ ਮੈਨੂੰ ਅਰਨਡ ਹੋ ਗਈ, ਜਿਹੜੀ ਮੇਰੀ ਸੇਲ ਰੈਵਨਿਊ ਹੋਈ ਆ ਯੂਜ਼ਲੀ ਕੰਸੀਡਰਡ ਅਰਨਡ। ਕਦੋਂ ਕਹਾਂਗਾ ਕਿ ਜਦੋਂ ਮੇਰੀ ਸੇਲ ਰੈਵਨਿਊ ਅਰਨਡ ਹੋ ਜਾਏਗੀ? ਜਦੋਂ ਮੇਰੇ ਗੁੱਡਸ ਜਿਹੜੇ ਆ ਟਰਾਂਸਫਰ ਹੋ ਜਾਣਗੇ ਸੈਲਰ ਟੂ ਬਾਇਰ ਕੋਲ। ਅਗਲਾ ਕੁਐਸਚਨ ਹੈ, ਆ ਰਿਟੇਲ ਫਰਮ ਵੁੱਡ ਨੋਰਮਲੀ ਯੂਜ਼ ਇਨ ਇਨਵੈਂਟਰੀ ਅਕਾਊਂਟ ਟਾਈਟਲ। ਜਿਹੜਾ ਰਿਟੇਲ ਫਰਮ ਹੈ ਜਿਹੜਾ ਨੋਰਮਲ ਯੂਜ਼ ਇਨਵੈਂਟਰੀ ਅਕਾਊਂਟ ਟਾਈਟਲ 'ਚ ਕੀ ਟਾਈਟਲ ਵਿੱਚ ਕੀ ਯੂਜ਼ ਕਰਦਾ? ਉਹ ਫਿਨਿਸ਼ ਗੁੱਡਸ ਆਫ ਇਨਵੈਂਟਰੀ, ਮਰਕੈਂਡਾਈਜ਼ ਇਨਵੈਂਟਰੀ, ਗੁੱਡਸ ਇਨ ਪ੍ਰੋਸੈਸ ਇਨਵੈਂਟਰੀ, ਰੋ ਮਟੀਰੀਅਲ ਇਨਵੈਂਟਰੀ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਉਹ ਕਿਹੜਾ ਟਾਈਟਲ ਯੂਜ਼ ਕਰਦਾ ਦੱਸੋ? ਇਹਦਾ ਆਂਸਰ ਆ ਜਾਏਗਾ ਮਰਕੈਂਡਾਈਜ਼ ਇਨਵੈਂਟਰੀ, ਠੀਕ ਹੈ ਫਰੈਂਡਸ। ਕਿਹੜਾ ਆ ਜਾਏਗਾ? ਮਰਕੈਂਡਾਈਜ਼ ਇਨਵੈਂਟਰੀ। ਜਿਹੜੀ ਰਿਟੇਲ ਫਰਮ ਹੁੰਦੀ ਹੈ ਹਮੇਸ਼ਾ ਜਿਹੜਾ ਨੋਰਮਲੀ ਕਿਹੜਾ ਕਿਸ ਨਾਮ ਤੋਂ ਟਾਈਟਲ ਯੂਜ਼ ਕਰਦੀ ਹੈ ਆਪਣੇ ਇਨਵੈਂਟਰੀ ਦਾ? ਮਰਕੈਂਡਾਈਜ਼ ਇਨਵੈਂਟਰੀ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਇਨ ਕੇਸ ਆਫ ਦੀ ਰਾਈਜ਼ ਇਨ ਪ੍ਰਾਈਸਿਸ, ਜੇ ਮੇਰੇ ਪ੍ਰਾਈਸਿਸ ਰਾਈਜ਼ਸ ਹੋ ਜਾਣ ਤਾਂ ਮੋਸਟ ਸੁਟੇਬਲ ਮੈਥਡ ਕੀ ਹੈ ਮੇਰੇ ਮਟੀਰੀਅਲ ਨੂੰ ਇਸ਼ੂ ਕਰਨ ਦਾ? ਦੱਸੋ ਮੈਨੂੰ। ਲੀਫੋ, ਫੀਫੋ, ਸਿੰਪਲ ਐਵਰੇਜ, ਵੇਟਡ ਐਵਰੇਜ। ਇਹ ਹਲੇ ਤੁਹਾਨੂੰ ਮੈਂ ਕਰਾਇਆ ਨਹੀਂ ਵੈਸੇ, ਤੁਸੀਂ ਤਾਂ ਆਂਸਰ ਤੁਸੀਂ ਦੇ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਕੁਝ 2 ਮੈਥਡ ਸਮਝਾਏ ਨੇ, ਇਹ ਉਸ ਦਾ ਹੀ ਪਾਰਟ ਹੈ। ਜੇ ਪ੍ਰਾਈਸਿਸ ਵੱਧ ਜਾਣ ਮਾਰਕੀਟ ਵਿੱਚ ਤਾਂ ਮੈਂ ਕਿਹੜਾ ਮੈਥਡ ਯੂਜ਼ ਕਰਾਂਗਾ ਆਪਣੇ ਮਟੀਰੀਅਲ ਨੂੰ ਜਦੋਂ ਮੈਂ ਇਸ਼ੂ ਕਰ ਰਿਹਾ? ਇਸ਼ੂ ਮਤਲਬ ਜਾਂ ਤਾਂ ਮੇਰਾ ਮਾਲ ਪ੍ਰੋਡਕਸ਼ਨ ਵਿੱਚ ਜਾ ਰਿਹਾ ਜਾਂ ਮੇਰਾ ਸੇਲ ਹੋ ਰਿਹਾ। ਉੱਥੇ ਸੇਲ ਲਿਖਿਆ ਆਏਗਾ, ਵੈਸੇ ਉਰੇ ਇਸ਼ੂ ਹੋ ਰਿਹਾ ਤਾਂ ਮਤਲਬ ਕੋਈ ਪ੍ਰੋਡਕਸ਼ਨ ਵਿੱਚ ਜਾ ਰਿਹਾ। ਜੇ ਰਾਈਜ਼ਿੰਗ ਪ੍ਰਾਈਸਿਸ ਹੋ ਰਹੇ ਹੈ ਤਾਂ ਕਿਹੜਾ ਮੈਥਡ ਯੂਜ਼ ਕਰਾਂਗਾ ਮੈਂ? ਦੱਸੋ। ਮੈਂ ਉਰੇ ਯੂਜ਼ ਕਰਾਂਗਾ ਫੀਫੋ ਮੈਥਡ, ਠੀਕ ਹੈ ਫਰੈਂਡਸ।
सॉरी फीफो मैथड यूज़ करांगा। फीफो मैथड मैं क्यों यूज़ करांगा, सपोज मन के चलो 100 कुआंटिटी है 10 रुपये के रेट के हिसाब से आई पी हैं तो ये कितना होगा 1000 हो गया। ये आया मेरे को 4 अप्रैल ਨੂੰ 5 अप्रैल ਨੂੰ भी एक माल आया मेरे को, ठीक है, वो भी 100 ਕੁਆਂਟੀਟੀਆਂ ਸੀ मगर ਉਹਦਾ रेट कितना हो गया 15 रुपये, तो ਉਹਦੇ ਕੀ ਹੋ ਜਾਏਗਾ 1500। ਜਦੋਂ मैं ਹੁਣ ਇਸ਼ੂ करांगा, ठीक है ना, अपने इन्वेंटरी चो कड्डांगा माल ਜਿਹੜਾ मेरा प्रोडक्शन 'ਚ जा रहा भावें सेल हो रहा, तो मैं ਕਿਹੜਾ माल कड्डांगा, इला माल कड्डांगा ਜਿਹੜਾ ਮੈਨੂੰ ज़्यादा सुटेबल रहेगा, क्योंकि प्राइसिस राइजिस हो गए ना, प्राइसिस 15 रुपये रेट ਚੱਕਤਾ ਉਹਨਾਂ ਨੇ, ਤਾਂ ਫਿਰ ਆਪਾਂ 100 ਦਾ ਕੁਆਂਟੀਟੀਆਂ ਦਾ 10 रुपये रेट के हिसाब से 1000 रुपये लवांगे, ठीक है, इन्नी वैल्यू लवांगे आप। सो उरे ऑप्शन किहड़ा आ जाएगा, फर्स्ट इन फर्स्ट आउट मैथड। वेरियस मैथड है यूज फॉर प्राइसिंग मटीरियल यूज्ड, कोस्ट प्राइसिस मैथड्स आर, दसो मैंने वेरियस मैथड यूज होंगे हैं प्राइसिंग मटीरियल यूज नहीं, तो कोस्ट प्राइस मैथड्स आर किहड़े किहड़े ने दसो। स्पैसिफिक प्राइस लास्ट इन फर्स्ट आउट मैथड, लास्ट इन फर्स्ट आउट मैथड, सॉरी फर्स्ट इन फर्स्ट आउट मैथड, लास्ट इन फर्स्ट आउट मैथड। क्वेश्चन कहना चाह रहा है कि बड़े मैथड यूज होंगे ने प्राइसिंग मटीरियल यूज करने में, बट जो कोस्ट प्राइस मैथड्स किहड़े किहड़े ने, जिहदी मैं कोस्ट प्राइस कट सकां वो किहड़े किहड़े मैथड होंगे ने। इसका आंसर आ जाएगा डी ऑप्शन, ठीक है, ये तीनों ही होंगे जिहदे नाल मेरा कोस्ट प्राइस मैथड्स मैं ला सकदा, ठीक है। FIFO assumptions of the cost flow when applied in a period of the rising prices, दसो। ए ऑप्शन है ओवरस्टेटेड प्रॉफिट एंड क्लोजिंग स्टॉक, या ओवरस्टेटेड प्रॉफिट एंड अंडर स्टॉक क्लोजिंग स्टॉक, या ओवरस्टेट्स प्रॉफिट एंड शोज क्लोजिंग स्टॉक एट करंट प्राइसेस, या अंडरस्टेट्स प्रॉफिट्स एंड ओवरस्टेट्स क्लोजिंग स्टॉक्स, दसो। ਇਹਦਾ आंसर की होएगा, इस जो की पूछ रहा है, कहना जब मैं FIFO एजम्पशनस ला के चल रहे हैं कि मैं FIFO मैथड लाना है कदों अप्लाई करांगा, जब मेरे प्राइसिस राइजिस हो रहे हैं तो की एजम्पशनस ला के चलांगा जिहदे नाल मैं FIFO मैथड ला रहा, ठीक है, मेरे प्राइसिंग राइजिस हो रहे हैं, मैं फर्स्ट इन फर्स्ट आउट मैथड ला रहा, ठीक है ना, तो होर की हो रहा होएगा दसो मैनू, ओवरस्टेट्स प्रॉफिट होणगे या क्लोजिंग स्टॉक होएगा, एंड ओवरस्टेट्स प्रॉफिट एंड अंडरस्टेट्स क्लोजिंग स्टॉक होएगा, या ओवरस्टेट्स प्रॉफिट होणगे शो क्लोजिंग स्टॉक एट करंट प्राइसिस होएगा, या अंडरस्टेट प्रॉफिट्स होणगे या ओवरस्टेट्स क्लोजिंग स्टॉक होएगा। जे मेरे राइजिंग प्राइसिस विच FIFO मैथड मैं ला के चल रहा तो मेरा की निकलेगा, मतलब की होएगा कि इस विच, ठीक है ना, तुहानूं क्वेश्चन समझ आ रहा है ना। FIFO मैथड का मतलब की होया, फर्स्ट इन फर्स्ट आउट मैथड, उस इसकी एजम्पशनस ला के चल रहा FIFO मैथड की एजम्पशनस नाल, जे मैं प्राइसिंग राइस जे तुहानूं पता ही है जे रेट वधने होण आपां FIFO मैथड लाउने आ, तो FIFO मैथड लाउण नाल मेरा की होएगा दसो, प्रॉफिट ओवरस्टेट्स हो जाएंगे तो क्लोजिंग स्टॉक भी हो जाएंगे, ओवरस्टेट्स प्रॉफिट हो जाएंगे या अंडरस्टेट्स क्लोजिंग स्टॉक हो जाएंगे, ओवरस्टेट्स प्रॉफिट हो जाएंगे या एंड शोज क्लोजिंग स्टॉक एट करंट प्राइस हो जाएगा, या अंडरस्टेट्स प्रॉफिट हो जाएंगे या ओवरस्टेट्स क्लोजिंग प्रॉफिट स्टॉक हो जाएगा, सॉरी, दसो। ध्यान नाल ऑब्जर्व करो की होएगा ਇਹਦਾ, ਤੁਹਾਨੂੰ मैं परफॉर्मा भी करा चुका, ਤੁਹਾਨੂੰ मैं दस भी चुका कि राइजिंग प्राइस आप FIFO मैथड लाने, ਤੁਹਾਨੂੰ ये भी पता लग गया होना जो FIFO मैथड ला रहे हैं तो की हो सकता है। ਇਹਦਾ आंसर ਤੁਸੀਂ ਮੈਨੂੰ कमेंट सैक्शन में जरूर देना, ठीक है फ्रेंड्स। एक पहले क्वेश्चन पूछे थोड़े तो मैं क्वेश्चन नंबर 3 तो हूँ कि आ गया क्वेश्चन नंबर 10, ठीक है फ्रेंड्स। वेयर डैश इज इक्वल दैट पॉइंट इज कॉल्ड द इकोनॉमिक ऑर्डर क्वांटिटी, किहड़ा किस पॉइंट पर आके मैं कह सकदा कि मेरी इकोनॉमिक ऑर्डर क्वांटिटी है, दसो मैनू किहड़ी चीज़ इक्वल हो जाती है, ऑर्डरिंग कोस्ट, केयरिंग कोस्ट, ऑर्डरिंग एंड केयरिंग कोस्ट पर यूनिट ऑर्डर कोस्ट। जो तुहानूं मेरा EOQ वाला लैक्चर देखा होएगा तो तुहानूं इसका आंसर जरूर पता होएगा, वो तो तुहानूं मैं दस्सिया भी सी। और आंसर आ जाएगा सी ऑप्शन, ऑर्डरिंग कोस्ट एंड केयरिंग कोस्ट। जी मेरी ऑर्डरिंग कोस्ट से केयरिंग कोस्ट बराबर हो जाएगी तो उदों मैं की कहांगा कि मेरी इकोनॉमिक ऑर्डर क्वांटिटी है, ठीक है।
अगला क्वेश्चन है लॉस बाय फायर इज एग्जाम्पल हो जो फायर च लॉस हो जाए कोई भी समान कोई गुड्स कुछ भी तो कि एग्जाम्पल है नॉर्मल लॉस है अबनॉर्मल लॉस है इंक्रीमेंटल लॉस है कैन नॉट बी डिटरमाइंड है दसो ਇਹਦਾ आंसर आएगा नॉर्मल लॉस ठीक है जो लॉस ऑफ फायर की होएगा एक तरह का एग्जाम्पल है मेरी की है नॉर्मल लॉस की अगला क्वेश्चन है विच ऑफ द फॉलोइंग इज करेक्ट इस कि चीज़ करेक्ट है दसो यूनिट सोल्ड ओपनिंग फिनिश गुड्स यूनिट्स प्लस यूनिट प्रोड्यूस माइनस क्लोजिंग फिनिश गुड्स यूनिट्स या सेकंड ऑप्शन है यूनिट सोल्ड इज इक्वल टू यूनिट प्रोड्यूस प्लस क्लोजिंग फिनिश गुड्स यूनिट्स माइनस ओपनिंग फिनिश गुड्स यूनिट्स थर्ड है यूनिट सोल्ड इज इक्वल टू सेल प्लस एवरेज यूनिट्स ऑफ फिनिश गुड्स इन्वेंटरी डी ऑप्शन है यूनिट सोल्ड इज इक्वल टू सेल माइनस एवरेज यूनिट्स ऑफ फिनिश गुड्स इन्वेंटरी दसो जो कि ऑप्शन ठीक होएगा तो मैं ਤੁਹਾਨੂੰ ਕਿੰਨੀ ਵਾਰੀ ਇੱਕ ਵਾਰੀ ਵੀ ਤੁਹਾਨੂੰ ਇਨਵੈਂਟਰੀ ਬਾਰੇ ਦੱਸ ਚੁੱਕਾ ਕਿਵੇਂ ਨਿਕਲਦੀ ਹੈ ਕਿਸ ਤਰ੍ਹਾਂ ਉਸਦੀ ਆਪਾਂ ਵੈਲਿਊ ਕੱਢਦੇ ਹਾਂ ਠੀਕ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਕੁਐਸਚਨ ਪੁੱਛੇ ਤੁਹਾਨੂੰ ਆਨਸਰ ਪਤਾ ਹੋਣਾ ਚਾਹੀਦਾ ਤਾਂ ਇਸ ਦਾ ਵੀ ਆਨਸਰ ਤੁਹਾਨੂੰ ਪਤਾ ਹੋਏਗਾ ਦੱਸੋ ਥੋੜਾ ਸੋਚੋ ਕੀ ਹੋਏਗਾ ਇਹਦਾ ਆਨਸਰ ਇਹਦਾ ਆਨਸਰ ਆਏਗਾ ਇਹ ਆਪਸ਼ਨ ਓਪਨਿੰਗ ਫਿਨਿਸ਼ ਗੁੱਡਸ ਪਲੱਸ यूनिट प्रोड्यूस जिन्नियां होईयां माइनस क्लोजिंग फिनिश गुड्स ठीक है ये मेरी स्टेटमेंट ठीक होएगी बाकी नहीं ठीक होणगियां यूनिट प्रोड्यूस क्लोजिंग स्टॉक कभी भी प्लस नहीं होंदा तो सेल प्लस एवरेज प्लस नहीं होंदा यूनिट्स का फिनिश गुड्स इन्वेंटरी का यूनिट सोल्ड इज इक्वल टू सेल माइनस एवरेज माइनस भी नहीं होंदा ठीक है तो वो हमेशा ये ऑप्शन लगती है ठीक है अगला क्वेश्चन है विच ऑफ द फॉलोइंग आइटम्स ऑफ एक्सपेंसिस आर टू बी एडिड इन द फैक्ट्री ओवरहेड कोस्ट ਕਿਹੜੀ ਆਈਟਮਸ ਹੈ ਐਕਸਪੈਂਸਿਸ ਹੈ ਮੇਰੇ ਫੈਕਟਰੀ ਓਵरहेड ਵਿੱਚ ਐਡ ਹੋਣਗੀਆਂ ਦੱਸੋ ਰੈਂਟ ਆਫ ਫੈਕਟਰੀ ਪਲੱਸ ਹੈਡ ਆਫਿਸ ਰੈਂਟ ਪਲੱਸ ਸੈਲਰੀ ਟੂ ਫੈਕਟਰੀ ਵॉचमैन ਰੈਂਟ ਆਫ ਫੈਕਟਰੀ ਫੈਕਟਰੀ ਲਾਈਟਿੰਗ ਬਿੱਲ ਡਾਇਰੈਕਟਰ ਸੈਲਰੀ ਰੈਂਟ ਆਫ ਫੈਕਟਰੀ ਫੈਕਟਰੀ ਲਾਈਟਿੰਗ ਬਿੱਲ ਫੈਕਟਰੀ ਇੰਪਲੋਈ ਸੈਲਰੀ ਹੈਡ ਆਫਿਸ ਰੈਂਟ ਫੈਕਟਰੀ ਪ੍ਰੋਪਰਟੀ ਟੈਕਸ ਫੈਕਟਰੀ ਸਮੋਲ ਟੂਲਸ ਦੱਸੋ ਇਹਦਾ ਆਂਸਰ ਆਏਗਾ ਸੀ ਆਪਸ਼ਨ ਠੀਕ ਹੈ ਫੈਕਟਰੀ ਓਵरहेड 'ਚ ਕੀ ਐਡ ਹੁੰਦਾ ਹੈ ਰੈਂਟ ਆਫ ਫੈਕਟਰੀ ਫੈਕਟਰੀ ਲਾਈਟਿੰਗ ਬਿੱਲ ਤੇ ਫੈਕਟਰੀ ਇੰਪਲੋਈ ਸੈਲਰੀਜ਼ ਠੀਕ ਹੈ ਫਰੈਂਡਸ ਇਹ ਤੁਹਾਨੂੰ ਪਤਾ ਲੱਗ ਗਈ ਕਿ ਕੋਸਟ ਸ਼ੀਟ 'ਚ ਆਪਾਂ ਫੈਕਟਰੀ ਓਵरहेड ਦੇਖਦੇ ਹਾਂ ਓਵरहेड ਕਿੰਨੇ ਤਰ੍ਹਾਂ ਦੇ ਹੁੰਦੇ ਨੇ ਫੈਕਟਰੀ ਓਵरहेड ਆਫਿਸ ਓਵरहेड ਤੇ ਐਡਮਿਨਿਸਟ੍ਰੇਸ਼ਨ ਓਵरहेड ਸੌਰੀ ਸੈਲਿੰਗ ਐਂਡ ਐਕਸਪੈਂਸਿਸ ਓਵरहेड ਤਿੰਨ ਤਰ੍ਹਾਂ ਦੇ ਹੁੰਦੇ ਨੇ ਫੈਕਟਰੀ ਓਵरहेड ਆਫਿਸ ਓਵरहेड ਤੇ ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਓਵरहेड ਤਿੰਨ ਤਰ੍ਹਾਂ ਦੇ ਓਵरहेड ਹੁੰਦੇ ਨੇ ਓਵरहेड ਦਾ ਮਤਲਬ ਕੀ ਹੁੰਦੇ ਨੇ ਇਨਡਾਇਰੈਕਟ ਕਹਾਂਗੇ ਭਾਵੇਂ ਉਹਨੂੰ ਆਪਾਂ ਖਰਚਿਆਂ 'ਚ ਲਾ ਲਈਏ ਠੀਕ ਹੈ ਅਗਲਾ ਕੁਐਸਚਨ ਹੈ ABC ਕੰਪਨੀ ਹੈਜ਼ ਮੇਨਟੇਨ ਦੀ ਫੋਲੋਇੰਗ ਡਾਟਾ ਆਫ ਇਨਵੈਂਟਰੀ ਅੰਡਰ ਦੀ ਪੀਰੀਓਡਿਕ ਇਨਵੈਂਟਰੀ ਸਿਸਟਮ ਹੁਣ ਤੁਹਾਨੂੰ ਜੋ ਮੈਂ ਪਿੱਛੇ ਕਰਾਇਆ ਉਸ ਨੂੰ ਆਪਾਂ ਨੇ ਦੇਖਣਾ ਹੈ ਇੱਕ ਜੋ ਤੁਹਾਨੂੰ ਫੀਫੋ ਮੈਥਡ ਕਰਾਇਆ ਇੱਕ ਪਰਫੋਰਮਾ ਬਣਾ ਕੇ ਦਿਖਾਇਆ ਸੀ ਇੱਕ ਲੀਫੋ ਕਰਾਇਆ ਸੀ ਉਰੇ ਫੀਫੋ ਮੈਥਡ ਦੇ ਹਿਸਾਬ ਸਿਰ ਪੁੱਛਿਆ ਅਤੇ ਉਰੇ ਤੁਹਾਨੂੰ ਇਹ ਡਾਟਾ ਦਿੱਤਾ ਹੋਇਆ ਯਾਨੀ ਕਿ ਇਹ ਮੈਨੇ ਪਰਚੇਸ ਕੀਤਾ ਹੋਇਆ ਜਨਵਰੀ 1 ਨੂੰ 100 ਕੁਆਂਟੀਟੀਆਂ ਪਰਚੇਸ ਕੀਤੀਆਂ 10 ਰੁਪਏ ਦੇ ਰੇਟ ਦੇ ਹਿਸਾਬ 'ਚ 1000 ਰੁਪਇਆ ਅਤੇ ਜਨ 5 ਨੂੰ 100 ਕੁਆਂਟੀਟੀਆਂ ਪਰਚੇਸ ਕੀਤੀਆਂ 11 ਰੁਪਏ ਦੇ ਰੇਟ ਦੇ ਹਿਸਾਬ ਸਿਰ 1100 ਦੀਆਂ ਠੀਕ ਹੈ ਅਤੇ ਜਨ 10 ਨੂੰ 150 ਦੀਆਂ ਕੁਆਂਟੀਟੀ ਪਰਚੇਸ ਕੀਤੀਆਂ 12 ਰੁਪਏ ਦੇ ਰੇਟ ਦੇ ਹਿਸਾਬ 'ਚ 1600 ਦੀਆਂ ਠੀਕ ਹੈ ਅਤੇ ਆਪਾਂ ਨੂੰ ਉਰੇ ਕੀ ਪੁੱਛ ਰਿਹਾ ਉਹ ਦੱਸੋ ਉਰੇ ਆਪਾਂ ਨੂੰ ਪੁੱਛ ਰਿਹਾ ਕਿ ਫੀਫੋ ਮੈਥਡ ਨਾਲ ਤੁਸੀਂ ਮੈਨੂੰ ਦੱਸੋ ਕਿ ਮੇਰੀ ਕੈਲਕੂਲੇਟ ਦੀ ਕੋਸਟ ਆਫ ਐਂਡਿੰਗ ਇਨਵੈਂਟਰੀ ਜਿਹੜੀ ਕਲੋਜ਼ਿੰਗ ਇਨਵੈਂਟਰੀ ਹੈ ਉਹ ਕਿੰਨੀ ਹੋਏਗੀ ਫੀਫੋ ਮੈਥਡ ਨਾਲ ਅਤੇ ਮੇਰੀ ਉਰੇ ਸੋਲਡ ਕਿੰਨੀਆਂ ਹੋਈਆਂ ਇਸ ਪੀਰੀਅਡ ਵਿੱਚ ਇੱਕ 5-10 ਦੇ ਵਿੱਚ ਇੱਕ ਮਤਲਬ ਜਨਵਰੀ ਦੇ ਵਿੱਚ 300 ਯੂਨਿਟਸ ਸੋਲਡ ਹੋਈਆਂ ਠੀਕ ਹੈ ਇਹ ਕੀ ਹੈ ਮੇਰੀ ਪਰਚੇਸ ਦੀਆਂ ਅਤੇ ਮੇਰੀ 300 ਯੂਨਿਟਸ ਸੋਲਡ ਹੋਈਆਂ ਤਾਂ ਉਰੇ ਕੀ ਪੁੱਛ ਰਿਹਾ ਮੇਰੇ ਤੋਂ ਕਲੋਜ਼ਿੰਗ ਸਟੋਕ ਪੁੱਛ ਰਿਹਾ ਠੀਕ ਹੈ ਇਹ ਮੇਰਾ ਡਾਟਾ ਦਿੱਤਾ ਹੋਇਆ ਇਹ ਡਾਟਾ ਤੁਹਾਨੂੰ ਪਿੱਛੇ ਪਰਫੋਰਮੈਂਸ ਸਮਝਾਇਆ ਸੀ ਅਤੇ ਇਸ ਵਿੱਚ ਤੁਸੀਂ ਮੈਨੂੰ ਐਕਸਪਲੇਨ ਕਰਨਾ ਹੈ ਕਿ ਫੀਫੋ ਮੈਥਡ ਵਿੱਚ ਨਾਲ ਕੀ ਆਨਸਰ ਆਏਗਾ ਮੇਰਾ ਕਲੋਜ਼ਿੰਗ ਇਨਵੈਂਟਰੀ ਕਿੰਨੀ ਆਏਗੀ ਮੇਰੀ ਦੱਸੋ ਕੋਸਟ ਪੁੱਛੀ ਉਹਨੇ ਕੋਸਟ ਆਫ ਐਂਡਿੰਗ ਇਨਵੈਂਟਰੀ ਮਤਲਬ ਕਲੋਜ਼ਿੰਗ ਇਨਵੈਂਟਰੀ ਜੋ ਤੁਹਾਨੂੰ ਮੈਂ ਪਰਫੋਰਮਾ ਕਰਾਇਆ ਸੀ ਇੱਕ ਮੈਂ ਨੁਮੈਰੀਕਲ ਦਿਖਾਇਆ ਸੀ ਉਹਦੇ ਐਂਡ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇੰਨੀ ਇਨਵੈਂਟਰੀ ਬਚ ਗਈ ਉਹੀ ਪੁੱਛ ਰਿਹਾ ਉਰੇ ਦੱਸੋ ਕਿੰਨੀ ਆਏਗੀ 600 ਆਏਗੀ 500 ਆਏਗੀ 400 ਆਏਗੀ 300 ਆਏਗੀ
ਤੁਹਾਡੇ ਕੋਲ 15 ਸੈਕਿੰਡ ਹੈ। ਇਹਦਾ ਆਂਸਰ ਆਏਗਾ, ਕੀ ਆਏਗਾ ਇਹਦਾ ਆਂਸਰ? 600 ਆਂਸਰ ਆਏਗਾ। ਕਿਵੇਂ ਆਏਗਾ ਆਂਸਰ? ਤੁਸੀਂ ਦੇਖੋ, ਇਹ ਮੇਰੀ ਇਨਵੈਂਟਰੀ ਪਈ ਹੈ, ਯਾਨੀ ਕਿ ਮੇਰੀ ਇਨਵੈਂਟਰੀ ਪਈ ਹੈ ਜੈਨ 10 ਤੋਂ ਬਾਅਦ ਹੀ ਮੈਂ ਕੁਝ ਸੋਲਡ ਕਰ ਰਿਹਾ, ਠੀਕ ਹੈ। ਤੁਸੀਂ ਦੇਖੋ ਕਿ ਮੈਂ ਹੁਣ ਫੀਫੋ ਮੈਥਡ ਲਾ ਰਿਹਾ, ਫਸਟ ਇਨ ਫਸਟ ਆਊਟ ਮੈਥਡ ਲਾ ਰਿਹਾ, 300 ਯੂਨਿਟਸ ਚਾਹੀਦੀਆਂ। ਪਹਿਲੀ 100 ਮੈਂ ਚੱਕ ਲਾਂਗਾ, ਠੀਕ ਹੈ। ਪਹਿਲੀ ਫਸਟ ਇਨ ਫਸਟ ਆਊਟ ਮੈਥਡ ਲਾ ਰਿਹਾ ਨਾ, ਜੋ ਚੀਜ਼ ਮੇਰੇ ਕੋਲ ਪਹਿਲੇ ਪਈ ਹੈ ਉਹਨੂੰ ਪਹਿਲੇ ਯੂਜ਼ ਕਰਾਂਗਾ। ਜੈਨ ਇੱਕ ਦੀ ਯੂਜ਼ ਕਰ ਲਈ ਮੈਨੇ, ਇਹ ਕੈਂਸਲ ਹੋ ਗਈ ਕਿਉਂਕਿ ਇਹ 'ਚ 100 ਕੁਆਂਟੀਟੀਆਂ ਸੀ, ਠੀਕ ਹੈ। ਅਤੇ ਜੈਨ 5 ਦੀ ਯੂਜ਼ ਕੀਤੀ ਹੁਣ ਮੈਂ, ਇਹ 'ਚੋਂ ਵੀ 100 ਕੁਆਂਟੀਟੀਆਂ ਸੀ, ਇਹ ਵੀ ਕੈਂਸਲ ਹੋ ਗਈਆਂ। ਮੈਨੂੰ ਕਿੰਨੀ ਚਾਹੀਦੀ? 300। ਅਤੇ ਜੈਨ 10 ਦੀ ਚੱਕਾਂ, ਇਹ 'ਚੋਂ ਮੈਨੂੰ 150 ਕੁਆਂਟੀਟੀਆਂ ਪਈਆਂ, ਮੈਨੂੰ 100 ਹੋਰ ਚਾਹੀਦੀਆਂ, ਤਾਂ ਹੀ ਮੇਰੀ 300 ਪੂਰੀਆਂ ਹੋਣਗੀਆਂ ਜਿੰਨੀ ਮੈਂ ਸੋਲਡ ਕੀਤੀਆਂ, ਠੀਕ ਹੈ ਨਾ। 100 ਮੇਰੀਆਂ ਇਸ 'ਚੋਂ ਜਾਣਗੀਆਂ, ਕਿੰਨੀਆਂ ਬਚ ਗਈਆਂ? 'ਚ ਰਿਮੇਨਿੰਗ ਕਿੰਨਾ ਬਚ ਗਿਆ? 50 ਕੁਆਂਟੀਟੀਆਂ ਬਚ ਗਈਆਂ। ਕਿੰਨੇ ਰੁਪਏ ਦੇ ਰੇਟ ਦੇ ਹਿਸਾਬ ਸਿਰ? 12 ਰੁਪਏ ਦੇ ਰੇਟ ਦੇ ਹਿਸਾਬ ਸਿਰ। ਤਾਂ ਕੀ ਹੋ ਜਾਏਗਾ ਮੇਰਾ? ਮਲਟੀਪਲਾਈ ਕਰੋ ਇਹਨੂੰ, 600 ਆ ਜਾਏਗਾ ਨਾ। 600 ਮੇਰੀ ਅਮਾਊਂਟ ਜਿਹੜੀ ਹੈ ਕੀ ਹੈ? ਕਲੋਜ਼ਿੰਗ ਸਟਾਕ ਹੈ, ਠੀਕ ਹੈ। ਤਾਂ ਉਹਦਾ ਕੀ ਆਂਸਰ ਆ ਜਾਏਗਾ? ਇਹ ਆਪਸ਼ਨ ਆ ਜਾਏਗਾ, ਠੀਕ ਹੈ ਨਾ ਫਰੈਂਡਸ। ਇਹ ਆਪਸ਼ਨ ਆ ਜਾਏਗਾ ਨਾ। ਸਮਝ ਆ ਗਿਆ ਨਾ ਤੁਹਾਨੂੰ ਕਿ ਫੀਫੋ ਮੈਥਡ ਕੀ ਹੁੰਦਾ? ਫੀਫੋ ਮੈਥਡ ਫਸਟ ਇਨ ਫਸਟ ਆਊਟ ਮੈਥਡ। ਜਿਹੜੇ 300 ਯੂਨਿਟਸ ਮੈਂ ਸੋਲਡ ਕਰ ਰਿਹਾ, ਮੈਂ ਇਸ ਨੂੰ ਕਿਵੇਂ ਚੱਕਾਂਗਾ? 300 ਯੂਨਿਟਸ ਨੂੰ, ਜੋ ਮੇਰੇ ਕੋਲ ਪਹਿਲੇ ਮਾਲ ਪਿਆ, ਜਿੰਨਾ ਵੀ ਪਿਆ ਉਹਨੂੰ ਸਾਰਾ ਚੱਕਣਾ ਪੈਣਾ। 100 ਦਾ 100 ਪਿਆ, 100 ਦਾ 100 ਕੈਂਸਲ ਕਰਦਾ। ਕਿਉਂ ਕੈਂਸਲ ਕਰਦਾ? ਆਪਾਂ ਨੂੰ 300 ਚਾਹੀਦੀਆਂ, 100 ਹੋ ਗਿਆ, 200 ਹੋਰ ਚਾਹੀਦੀਆਂ। ਜੈਨ 5 ਦਾ ਵੀ ਕੈਂਸਲ ਹੋ ਜਾਏਗਾ, 100 ਆ ਗਿਆ, ਹੁਣ 100 ਹੋਰ ਰਹਿੰਦਾ। ਇਹ 'ਚ ਕਿੰਨੀਆਂ ਪਈਆਂ? 150, ਯਾਨੀ ਕਿ ਵੱਧ ਪਈਆਂ। ਆਪਾਂ ਨੂੰ ਚਾਹੀਦੀ 100 ਹੀ ਲੈਣੀ ਆਪਾਂ ਨੇ, 100 ਲੈ ਲਈਆਂ। ਰਿਮੇਨਿੰਗ ਕਿੰਨੀਆਂ ਬੱਚੀਆਂ? 50 ਕੁਆਂਟੀਟੀਆਂ। ਕਿੰਨੇ ਰੁਪਏ ਦੇ ਰੇਟ ਦੇ ਹਿਸਾਬ ਸੀ? 12 ਰੁਪਏ ਦੇ ਰੇਟ ਦੇ ਹਿਸਾਬ ਸੀ। ਟੋਟਲ ਕਿੰਨੀ ਅਮਾਊਂਟ ਹੋ ਗਈ? 600 ਰੁਪਇਆ, ਠੀਕ ਹੈ। ਤਾਂ ਇਹ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ, ਇਫ ਯੂਨਿਟ ਸੋਲਸ 10,000 ਦੇ, ਕਲੋਜ਼ਿੰਗ ਫਿਨਿਸ਼ ਗੁੱਡਸ ਹੈ 2,000 ਦੇ, ਓਪਨਿੰਗ ਫਿਨਿਸ਼ ਗੁੱਡਸ ਹੈ 1500 ਦੇ, ਵਟ ਵਿਲ ਬੀ ਦਾ ਵੈਲਿਊ ਆਫ ਦੀ ਯੂਨਿਟਸ ਮੈਨੂਫੈਕਚਰਡ? ਕੀ ਵੈਲਿਊ ਹੋਏਗੀ ਮੈਨੂਫੈਕਚਰਿੰਗ ਦੀ? ਦੱਸੋ। 9500, 10,500, 13,500, 6500, 9,500, 10,500, 13,500, 6,500। मैंने वैल्यू दसनी है मेरे मैਨੂਫੈਕਚਰਿੰਗ ਯੂਨਿਟਸ ਦੀਆਂ। ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ, ਠੀਕ ਹੈ। ਹੁਣ ਇਹਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਚਾਹੀਦਾ ਹੁਣ ਤੱਕ ਤਾਂ, ਠੀਕ ਹੈ। ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਉਂਦੀ ਤਾਂ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਮੈਨੂੰ ਦੱਸਿਓ, ਮੈਂ ਤੁਹਾਨੂੰ ਦੁਬਾਰਾ ਉਸ ਨੂੰ ਐਕਸਪਲੇਨ ਕਰਦਾ। ਮਗਰ ਮੈਨੂੰ ਹੁਣ ਥੋੜ੍ਹੀ ਬਹੁਤੀ ਸ਼ੋਰਟੀ ਹੈ ਕਿ ਤੁਹਾਨੂੰ, ਮਤਲਬ ਸ਼ੋਰਟੀ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ, ਅਤੇ ਤੁਸੀਂ ਮੈਨੂੰ ਇਹਦਾ ਆਂਸਰ ਜ਼ਰੂਰ ਦੱਸ ਸਕਦੇ ਹੋ। ਆਪਾਂ ਨੇ ਵੈਲਿਊ ਦੱਸਣੀ ਹੈ ਮੈਨੂਫੈਕਚਰਿੰਗ ਦੀ, ਠੀਕ ਹੈ। ਅਗਲਾ ਕੁਐਸਚਨ ਹੈ, ਕੈਲਕੂਲੇਟ ਦੀ ਅਮਾਊਂਟ ਆਫ ਡਾਇਰੈਕਟ ਲੇਬਰ। ਮੈਨੇ ਡਾਇਰੈਕਟ ਲੇਬਰ ਦੀ ਅਮਾਊਂਟ ਕੱਢਣੀ ਹੈ। ਡਾਇਰੈਕਟ ਮਟੀਰੀਅਲ ਤਾਂ 15,000, ਡਾਇਰੈਕਟ ਲੇਬਰ ਹੈਗੀ ਡਾਇਰੈਕਟ ਲੇਬਰ ਕੱਢਣੀ ਆਪਾਂ ਨੇ, ਤਾਂ ਉਹਨੇ ਕੀ ਕਿਹਾ ਹੋਇਆ? 70% ਆਫ ਪ੍ਰਾਈਮ ਕੋਸਟ, ਠੀਕ ਹੈ। ਤਾਂ ਮੈਂ ਤੁਹਾਨੂੰ ਆਪਸ਼ਨ ਦੱਸ ਦਿੰਦਾ। ਪਹਿਲਾ ਆਪਸ਼ਨ ਹੈ 6429 ਆਏਗਾ, ਜਾਂ B 30,000 ਆਏਗਾ, C ਹੈ 10,500 ਆਏਗਾ, D ਆਪਸ਼ਨ 35,000 ਆਏਗਾ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਨੋਰਮਲ ਹੀ ਹੈ, ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ। ਸੀ ਆਪਸ਼ਨ ਆ ਜਾਏਗਾ ਨਾ। ਕਿਵੇਂ ਆਏਗਾ? ਡਾਇਰੈਕਟ ਮਟੀਰੀਅਲ ਨੂੰ ਆਪਾਂ ਜੇ ਹੋਰ ਇਕੱਲੀ ਡਾਇਰੈਕਟ ਮਟੀਰੀਅਲ ਦਿੱਤੀ ਹੈ, ਇਹਨੂੰ ਹੀ ਮੈਂ ਪ੍ਰਾਈਮ ਕੋਸਟ ਮੰਨ ਲਾਂਗਾ। 15,000 ਦਾ 70% ਕਰਾਂਗਾ, ਕਿੰਨਾ ਆ ਜਾਏਗਾ? 10,500 ਆ ਜਾਏਗਾ। ਸੋ ਸਿੰਪਲ ਆਪਣਾ 10,500 ਆਂਸਰ ਆ ਜਾਏਗਾ। ਅਗਲਾ ਕੁਐਸਚਨ ਹੈ, ਕੋਸਟ ਦੈਟ ਰਿਮੇਨ ਅਨਚੇਂਜਡ ਅਕਰੋਸ ਦਾ ਰੈਲੀਵੈਂਟ ਰੇਂਜ ਆਫ ਯੂਨਿਟ ਪ੍ਰੋਡਿਊਸਡ ਇਨ ਦਾ ਵਟ ਕਾਈਂਡ ਆਫ ਦੀ ਕੋਸਟ? ਦੱਸੋ। ਉਹ ਹਮੇਸ਼ਾ ਰਿਮੇਨਸ ਅਨਚੇਂਜ ਰਹਿੰਦੀ ਹੈ, ਭਾਵੇਂ ਯੂਨਿਟ ਵਿੱਚ ਕੋਈ ਵੀ ਰੇਂਜ ਵਿੱਚ ਕੋਈ ਵੀ ਚੇਂਜ ਆ ਜਾਏ, ਮਗਰ ਮੇਰੀ ਜਿਹੜੀ ਕੋਸਟ ਹੈ, ਕੀ ਨਾਮ ਹੈ, ਉਹ ਹਮੇਸ਼ਾ ਮਤਲਬ ਰਿਮੇਨਸ ਅਨਚੇਂਜ ਰਹੇਗੀ, ਭਾਵੇਂ ਯੂਨਿਟਸ ਜਿੰਨੀ ਮਰਜ਼ੀ ਪ੍ਰੋਡਿਊਸ ਹੋ ਜਾਣ। ਦੱਸੋ ਕਿਹੜੀ ਕੋਸਟ ਹੋਏਗੀ ਉਹ?
फिक्स कॉस्ट होएगी, प्रोडक्ट कॉस्ट होएगी, मिक्स कॉस्ट होएगी, पीरियड कॉस्ट होएगी। इसका आंसर आएगा फिक्स कॉस्ट। फिक्स कॉस्ट एक ऐसी कॉस्ट है जो मेरी हमेशा अनचेंज रहेगी अक्रॉस द रेलिवेंट रेंज ऑफ यूनिट प्रोड्यूस विच। ठीक है फ्रेंड्स। अगला क्वेश्चन है, विच वन ऑफ द फॉलोइंग सेंटर्स इज रिस्पॉन्सिबल फॉर अर्न द सेल्स रेवेन्यू। मैंने अर्न करना सेल्स रेवेन्यू ਉਹਦੇ ਲਈ ਕਿਹੜਾ ਸੈਂਟਰ ਰਿਸਪੌਂਸਿਬਲ ਹੈ ਦੱਸੋ। ਕੋਸਟ ਸੈਂਟਰ, ਇਨਵੈਸਟਮੈਂਟ ਸੈਂਟਰ, ਰੈਵਨਿਊ ਸੈਂਟਰ, ਪ੍ਰੋਫਿਟ ਸੈਂਟਰ। ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਆਨਸਰ ਆਏਗਾ ਰੈਵਨਿਊ ਸੈਂਟਰ। ਰੈਵਨਿਊ ਸੈਂਟਰ ਰਿਸਪੌਂਸਿਬਲ ਹੈ ਮੇਰੀ ਸੇल्स ਰੈਵਨਿਊ अर्न ਕਰਨ ਵਿੱਚ। ठीक है। अगला क्वेश्चन है, दैन इंक्रीजिंग सॉरी in increasing production volume situation the behavior of the fixed cost and variable cost will be। ਜੇ ਮੇਰੀ ਪ੍ਰੋਡਕਸ਼ਨ ਵੋਲਿਊਮ ਹੈ ਉਹ ਇਨਕਰੀਜ਼ ਹੋ ਰਹੀ ਹੈ ਤਾਂ ਜਿਹੜਾ ਬਿਹੇਵੀਅਰ ਹੈ ਮਤਲਬ ਫਿਕਸ ਕੋਸਟ ਤੇ ਵੇਰੀਏਬਲ ਕੋਸਟ ਕਿਸ ਤਰ੍ਹਾਂ ਚੱਲੇਗਾ ਉਹ ਦੱਸੋ। ਇਨਕਰੀਜ਼ ਹੋਏਗਾ ਪਹਿਲਾ, ਇਹਨੇ ਦੋ ਆਪਸ਼ਨ ਹੈ, ਦੋ ਤਰ੍ਹਾਂ ਨਾਲ ਹੈ। ਪਹਿਲੇ ਫੈਕਟਰ 'ਚ ਕਹਿ ਰਿਹਾ ਕਿ ਫਿਕਸ ਕੋਸਟ ਇਨਕਰੀਜ਼ ਹੋਏਗਾ ਜਾਂ ਵੇਰੀਏਬਲ ਕੋਸਟ ਕੌਨਸਟੈਂਟ ਹੋਏਗੀ। ਬੀ ਆਪਸ਼ਨ 'ਚ ਕਹਿ ਰਿਹਾ ਕਿ ਫਿਕਸ ਕੋਸਟ ਕੌਨਸਟੈਂਟ ਹੋਏਗੀ, ਵੇਰੀਏਬਲ ਕੋਸਟ ਇਨਕਰੀਜ਼ ਹੋਏਗਾ। ਸੀ ਆਪਸ਼ਨ 'ਚ ਕਹਿ ਰਿਹਾ ਫਿਕਸ ਕੋਸਟ ਇਨਕਰੀਜ਼ ਹੋਏਗੀ ਜਾਂ ਵੇਰੀਏਬਲ ਕੋਸਟ ਡਿਕਰੀਜ਼ ਹੋਏਗੀ। ਡੀ ਆਪਸ਼ਨ 'ਚ ਕਹਿ ਰਿਹਾ ਫਿਕਸ ਕੋਸਟ ਡਿਕਰੀਜ਼ ਹੋਏਗੀ, ਵੇਰੀਏਬਲ ਕੋਸਟ ਇਨਕਰੀਜ਼ ਹੋਏਗੀ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਜੇ ਮੇਰੀ ਪ੍ਰੋਡਕਸ਼ਨ ਵੱਧ ਜੇ ਤਾਂ ਬਿਹੇਵੀਅਰ ਕੀ ਹੋਏਗਾ ਮੇਰੀ ਫਿਕਸ ਕੋਸਟ ਤੇ ਵੇਰੀਏਬਲ ਕੋਸਟ ਦਾ। ਇਹਦਾ ਆंसर ਆਏਗਾ ਬੀ ਆਪਸ਼ਨ। ਫਿਕਸ ਕੋਸਟ ਮੇਰੀ ਕੌਨਸਟੈਂਟ ਰਹੇਗੀ, ਵੇਰੀਏਬਲ ਕੋਸਟ ਚੇਂਜ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ, ਵੱਧ ਜਾਏਗੀ। टोटल लेबर कोस्ट इनकर्ड बाय द मैन्युफैक्चरिंग एंटिटी इंक्लूड्स विच ऑफ द वन ऑफ द फॉलोइंग एलिमेंट्स। ਜੇ ਮੇਰੀ ਟੋਟਲ ਲੇਬਰ ਕੋਸਟ ਹੈ ਉਹ 'ਚ ਮੈਂ ਕੀ ਇਨਕਲੂਡ ਕਰਾਂਗਾ, ਕਿਹੜੇ ਆਪਸ਼ਨ ਇਹਨਾਂ 'ਚੋਂ ਕਿਹੜੇ ਇਨਕਲੂਡ ਹੋਣ, ਕਿਹੜੀ ਕੋਸਟ ਇਨਕਲੂਡ ਹੋਏਗੀ ਟੋਟਲ ਲੇਬਰ ਕੋਸਟ ਵਿੱਚ ਦੱਸੋ। ਡਾਇਰੈਕਟ ਲੇਬਰ ਕੋਸਟ, ਇਨਡਾਇਰੈਕਟ ਲੇਬਰ ਕੋਸਟ, ਅਬਨੋਰਮਲ ਲੇਬਰ ਕੋਸਟ ਜਾਂ ਆਲ ਆਫ ਦੀ ਗਿਵਨ ਆਪਸ਼ਨ ਦੱਸੋ। ਇਹਦਾ ਆਨਸਰ ਆਏਗਾ ਡੀ ਆਪਸ਼ਨ। ਇਹ ਮੇਰੀ ਸਾਰੀ ਕੋਸਟ ਇਸ ਵਿੱਚ ਇਨਕਲੂਡ ਹੋ ਜਾਏਗੀ। ਟੋਟਲ ਲੇਬਰ ਕੋਸਟ ਕਿਹੜੀ ਕਿਹੜੀ ਕੋਸਟ ਆ ਜਾਂਦੀ ਹੈ, ਡਾਇਰੈਕਟ ਲੇਬਰ ਕੋਸਟ, ਇਨਡਾਇਰੈਕਟ ਲੇਬਰ ਕੋਸਟ, ਅਬਨੋਰਮਲ ਲੇਬਰ ਕੋਸਟ। ਠੀਕ ਹੈ फ्रेंड्स। अगला क्वेश्चन है, विच ऑफ द फॉलोइंग इज आर द रीजन ऑफ अबनॉर्मल लॉस। ਇਹ 'ਚੋਂ ਕਿਹੜਾ ਰੀਜ਼ਨ ਹੈ ਮੇਰੀ ਅਬਨੋਰਮਲ ਲੋਸ ਹੋਣ ਦਾ। ਮਤਲਬ ਕੋਈ ਨੋਰਮਲ ਲੋਸ ਨਹੀਂ ਹੋ ਰਿਹਾ, ਕੋਈ ਕੁਝ ਮਿਸ ਹੈਪਨਿੰਗ ਹੋ ਗਈ, ਕੁਛ ਐਸਾ ਹੋ ਗਿਆ ਜੋ ਮੈंने ਨਹੀਂ ਸੋਚਿਆ ਸੀ। ਠੀਕ ਹੈ ਨਾ। ਤਾਂ ਉਹਨੂੰ ਦੱਸੋ ਇਹ 'ਚ ਕਿਹੜਾ ਆਪਸ਼ਨ ਹੋਏਗਾ। ਡਿਫੈਕਟਿਵ ਮਟੀਰੀਅਲ ਯੂਜ਼ ਕੀਤਾ ਜਾਂ ਮੈंने ਤਾਂ ਮੇਰਾ ਅਬਨੋਰਮਲ ਲੋਸ ਹੋ ਗਿਆ। ਮਸ਼ੀਨ ਬ੍ਰੇਕਡਾਊਨ ਹੋ ਗਈ ਤਾਂ ਮੇਰਾ ਅਬਨੋਰਮਲ ਲੋਸ ਹੋ ਗਿਆ। ਪੂਅਰ ਵਰਕਮੈਨशिप ਹੋ ਗਈ ਤਾਂ ਅਬਨੋਰਮਲ ਲੋਸ ਹੋ ਗਿਆ। ਆਲ ਆਫ ਦ ਗਿਵਨ ਆਪਸ਼ਨ। ਇਹਦਾ ਆਨਸਰ ਆਏਗਾ बी ऑप्शन। ਜੇ ਮੇਰੀ ਮਸ਼ੀਨਿੰਗ ਬ੍ਰੇਕਡਾਊਨ ਹੋ ਜਾਏ, ਕੁਝ ਐਸਾ ਹੋ ਜਾਏ ਤਾਂ ਉਹਨੂੰ ਮੈਂ ਕੀ ਮੰਨਾਂਗਾ, ਇੱਕ ਤਰ੍ਹਾਂ ਨਾਲ ਮੇਰਾ ਅਬਨੋਰਮਲ ਲੋਸ। ਠੀਕ ਹੈ फ्रेंड्स। अगला क्वेश्चन है, इन फर्नीचर मैन्युफैक्चरिंग यूज ऑफ द नेल्स, पिन्स, ग्लू, पॉलिश विच यूज टू इनक्रीज इट्स अस्टीम वैल्यू ऑफ द कोस्ट इज ट्रीटेड एज। ਜਿਹੜੀ ਮੈਂ ਮੈਨੂਫੈਕਚਰਿੰਗ ਵਿੱਚ, ਫਰਨੀਚਰ ਮੈਨੂਫੈਕਚਰਿੰਗ ਵਿੱਚ ਜਿਹੜੇ ਮੈਂ ਨੇਲਸ ਜਾਂ ਪਿੰਸ, ਗਲੂਸ ਅਤੇ ਪੋਲੀ ਯੂਜ਼ ਕਰ ਰਿਹਾ ਉਸ ਨੂੰ ਕਿਸ ਤਰ੍ਹਾਂ ਟਰੀਟ ਕਰਾਂਗਾ, ਕੀ ਹੈ ਉਸ ਇੱਕ ਤਰ੍ਹਾਂ ਨਾਲ ਮੇਰੇ ਆਪਸ਼ਨ ਦੇ ਹਿਸਾਬ 'ਚ ਦੱਸੋ ਮੈਨੂੰ। ਡਾਇਰੈਕਟ ਮਟੀਰੀਅਲ ਕੋਸਟ ਵਿੱਚ ਆਉਣਗੇ, ਇਨਡਾਇਰੈਕਟ ਮਟੀਰੀਅਲ ਕੋਸਟ ਵਿੱਚ ਆਉਣਗੇ, ਫੈਕਟਰੀ ਓਵਰਹੈਡ ਕਵਾਂਗੇ, ਪ੍ਰਾਈਮ ਕੋਸਟ ਕਵਾਂਗੇ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਇਹਦਾ ਆਨਸਰ ਆਏਗਾ ਬੀ, ਇਨਡਾਇਰੈਕਟ ਮਟੀਰੀਅਲ। ਇੱਕ ਤਰ੍ਹਾਂ ਨਾਲ ਮੇਰਾ ਜਿਹੜਾ ਨੇਲਸ, ਪਿੰਸ, ਗਲੂਸ, ਪੋਲੀ ਯੂਜ਼ ਹੋ ਰਿਹਾ ਉਹ ਇੱਕ ਤਰ੍ਹਾਂ ਦਾ ਇਨਡਾਇਰੈਕਟ ਮਟੀਰੀਅਲ। ਜਿਹੜੀ ਵੁੱਡ ਯੂਜ਼ ਹੋ ਰਹੀ ਹੈ ਉਹ ਮੇਰਾ ਡਾਇਰੈਕਟ ਮਟੀਰੀਅਲ ਹੁੰਦਾ ਹਮੇਸ਼ਾ। ਠੀਕ ਹੈ। ਫਰਨੀਚਰ ਵਿੱਚ ਜਿਹੜੀ ਵੁੱਡ ਯੂਜ਼ ਹੋ ਰਹੀ ਹੈ ਹਮੇਸ਼ਾ ਮੇਰਾ ਡਾਇਰੈਕਟ ਮਟੀਰੀਅਲ ਹੋਏਗਾ। ਬਾਕੀ ਉਸ ਤੋਂ ਇਲਾਵਾ ਜੋ ਵੀ ਮੇਰੇ ਉਸ ਨੂੰ ਵੁੱਡ ਨੂੰ ਬਣਾਉਣ 'ਚ ਹੈਲਪਫੁਲ ਹੋ ਰਿਹਾ, ਨੇਲ, ਪਿੰਸ, ਗਲੂਸ, ਪੋਲਿਸ਼, ਉਹ ਮੇਰਾ ਇਨਡਾਇਰੈਕਟ ਮਟੀਰੀਅਲ ਹੋਏਗਾ। ਠੀਕ ਹੈ। ਤਾਂ ਕਿਹੜਾ ਆਪਸ਼ਨ ਆ ਜਾਏਗਾ, ਇਨਡਾਇਰੈਕਟ ਮਟੀਰੀਅਲ, ਬੀ ਆਪਸ਼ਨ। ਅਗਲਾ ਕੁਐਸਚਨ ਹੈ, ਵੈਨ ਪ੍ਰਾਈਸਿਸ ਆਰ ਰਾਈਜ਼ਿੰਗ ਓਵਰ ਟਾਈਮ। ਜੇ ਪ੍ਰਾਈਸਿਸ ਰਾਈਜ਼ਿੰਗ ਹੋ ਜਾਣ ਤਾਂ ਵਿਚ ਆਫ ਦਾ ਫੋਲੋਇੰਗ ਇਨਵੈਂਟਰੀ ਕੋਸਟਿੰਗ ਮੈਥਡ ਵਿਲ ਰਿਜ਼ਲਟ। ਇਹਨਾਂ ਜਿਹੜੇ ਚਾਰੋਂ ਆਪਸ਼ਨਾਂ ਮੈਥਡ ਵਿੱਚੋਂ ਕਿਹੜੇ ਮੈਥਡ ਨਾਲ ਮੇਰਾ ਜਿਹੜਾ ਪ੍ਰੋਫਿਟ ਹੈ, ਮਾਰਜਨ ਹੈ ਉਹ ਘੱਟ ਆਏਗਾ, ਲੋਵੈਸਟ ਆਏਗਾ। ਦੱਸੋ। ਫੀਫੋ ਮੈਥਡ ਨਾਲ, ਲੀਫੋ ਮੈਥਡ ਨਾਲ, ਵੇਟਡ ਐਵਰੇਜ ਨਾਲ, ਕੈਨ ਨੋਟ ਬੀ ਡਿਟਰਮਾਈਨਡ। ਦੱਸੋ। ਇਹਦਾ ਆਨਸਰ ਆਏਗਾ ਬੀ ਆਪਸ਼ਨ। ਠੀਕ ਹੈ। ਲਾਸਟ ਐਂਡ ਫਸਟ ਮੈਥਡ ਨਾਲ ਮੇਰਾ ਕੀ ਹੋ ਜਾਏਗਾ, ਜਿਹੜਾ ਪ੍ਰੋਫਿਟ ਹੈ ਲੋਵੈਸਟ ਹੈ
ਦਿਖਾਏਗਾ। ਠੀਕ ਹੈ, ਜੇ ਪ੍ਰਾਈਸਿਸ ਰਾਈਜ਼ਿੰਗ ਹੋ ਜਾਣ। ਠੀਕ ਹੈ, ਜੇ ਪ੍ਰਾਈਸਿੰਗ ਰਾਈਸਿਸ ਹੋ ਜਾਣਗੇ ਤਾਂ ਮੈਨੂੰ ਲੇਟੈਸਟ ਵਾਲਾ ਯੂਜ਼ ਕਰਨਾ ਪਏਗਾ ਨਾ। ਜੇ ਮੈਨੂੰ ਲੇਟੈਸਟ ਵਾਲਾ ਯੂਜ਼ ਕਰਨਾ ਹੋਵੇ ਤਾਂ ਔਖਾ ਹੋ ਜਾਏਗਾ ਤਾਂ ਮੇਰਾ। ਅਗਲਾ ਕੁਐਸ਼ਨ ਹੈ ਲਾਸਟ, ਦ ਐਬਰੀਵੇਸ਼ਨ ਆਫ ਦ ਲੀਫੋ ਇਜ਼। ਸਿੰਪਲ ਕੁਐਸ਼ਨ ਹੈ ਵੈਸੇ, ਮੈਂ ਤਾਂ ਵੀ ਕਈ ਨੋਨ ਕਮਰਸ ਸਟੂਡੈਂਟ ਨੂੰ ਨਹੀਂ ਪਤਾ ਲੱਗ ਸਕਦਾ, ਤਾਂ ਉਹਨਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਅਤੇ ਇਸ ਵਿੱਚ ਕੀ ਹੋਏਗਾ। ਕਈ ਵਾਰੀ ਸੇਮ ਵੀ ਆ ਜਾਂਦੇ ਆ ਉਹਦੇ, ਤਾਂ ਚਲੋ ਅਲੱਗ ਅਲੱਗ ਤੁਹਾਨੂੰ ਸਮਝ ਆ ਰਿਹਾ। ਕਈ ਵਾਰੀ ਲਾਸਟ ਐਂਡ ਫਸਟ ਵਰਡ ਮੈਥਡ ਨੂੰ ਕਿਸੇ ਵੀ ਤਰ੍ਹਾਂ ਥੋੜ੍ਹੀ ਜਿਹੀ ਉਸ 'ਚ ਚੇਂਜਿੰਗ ਕਰਕੇ ਵੀ ਕਹਿ ਸਕਦੇ ਹਾਂ। ਤਾਂ ਉਹਦੇ ਤੁਹਾਨੂੰ ਪੁੱਛ ਰਿਹਾ ਲਾਸਟ ਇੰਟੀਗ੍ਰੇਟਿਡ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ, ਲੀਸਟ ਇੰਟਰਸਟਿੰਗ ਫਾਈਨੈਂਸ਼ੀਅਲ ਆਪਸ਼ਨ, ਲਾਸਟ ਇਨ ਫਸਟ ਆਊਟ ਮੈਥਡ, ਨਨ ਆਫ ਦੀ ਗਿਵਨ ਆਪਸ਼ਨ। ਦੱਸੋ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਮੈਥਡ ਵੀ ਸਮਝ ਆ ਗਿਆ, ਸਾਨੂੰ ਟੌਪਿਕ ਵੀ ਸਮਝ ਆ ਗਿਆ। ਕਈ ਵਾਰੀ ਅਸੀਂ ਧਿਆਨ ਨਹੀਂ ਦਿੰਦੇ ਕਿ ਲੀਫੋ ਦੇ ਐਕਚੁਅਲ 'ਚ ਐਗਜ਼ਾਮਪਲ ਮਤਲਬ ਕਿ ਐਕਚੁਅਲ 'ਚ ਉਸਨੂੰ ਉਹਦੀ ਫੋਰਮ ਕੀ ਹੈ। ਠੀਕ ਹੈ ਨਾ, ਉਹਦੀ ਫੁੱਲ ਫੋਰਮ ਕੀ ਹੈ ਉਹਦੀ, ਤਾਂ ਉਹਨੂੰ ਆਪਾਂ ਕੀ ਕਹਾਂਗੇ ਆਪਾਂ, ਤਾਂ ਉਹਦੀ ਸੀ ਆਪਸ਼ਨ ਆ ਜਾਏਗਾ ਨਾ ਆਪਣਾ ਲਾਸਟ ਇਨ ਫਸਟ ਆਊਟ ਮੈਥਡ। ਠੀਕ ਹੈ ਨਾ ਫਰੈਂਡਸ। ਸੋ ਅੱਜ ਆਪਾਂ ਨੇ 25 ਕੁਐਸਚਨਸ ਦੇਖੇ ਆ, ਜਿਸ 'ਚੋਂ ਮੈਂ ਤੁਹਾਨੂੰ ਕੁਝ ਕੁਐਸਚਨ ਪੁੱਛੇ ਨੇ। ਤੁਸੀਂ ਕਮੈਂਟ ਸੈਕਸ਼ਨ ਵਿੱਚ ਤੁਸੀਂ ਜ਼ਰੂਰ ਰਿਪਲਾਈ ਕਰਨਾ। ਤੁਸੀਂ ਬਿਲਕੁਲ ਚਿੰਤਾ ਨਾ ਕਰਿਓ, ਜੇ ਤੁਹਾਨੂੰ ਪਿਛਲੇ ਕੋਈ ਰਿਪਲਾਈ ਕੀਤੇ ਆ ਮੈਂ ਉਹਦਾ ਆਨਸਰ 100% ਕਰਾਂਗਾ। ਠੀਕ ਹੈ ਨਾ, ਭਾਵੇਂ ਥੋੜ੍ਹਾ ਲੇਟ ਹੋਵੇ ਭਾਵੇਂ ਵੱਧ ਹੋਵੇ, ਮੈਂ ਉਹਦਾ ਮੈਂ ਆਨਸਰ ਰਿਪਲਾਈ ਕਰਾਂਗਾ, ਮੈਨੂੰ ਯਾਦ ਹੈ। ਠੀਕ ਹੈ, ਮੈਂ ਵੈਸੇ ਵੀ ਕਰ ਰਿਹਾ। ਜਿਵੇਂ ਮੈਂ ਤੁਹਾਡੇ ਤੋਂ ਪਿਛਲੇ ਲੈਕਚਰ ਵਿੱਚ ਕੁਐਸਚਨ ਪੁੱਛਿਆ ਸੀ, ਉਹਦਾ ਆਨਸਰ ਤੁਹਾਨੂੰ ਮੈਂ ਇਸੀ ਲੈਕਚਰ ਵਿੱਚ ਦੇ ਦਿੱਤਾ ਹੈ। ਬਾਕੀ ਜੇ ਕੋਈ ਵੀਡੀਓ 'ਚ ਕੋਈ ਲੈਕਚਰ ਮੈਂ ਤੁਹਾਨੂੰ ਪੁੱਛਿਆ ਹੈ, ਲੈਕਚਰ ਵਿੱਚ ਤੁਹਾਨੂੰ ਕੁਐਸਚਨ ਕੋਈ ਪੁੱਛਿਆ ਹੈ, ਤਾਂ ਉਹਦਾ ਆਨਸਰ ਤੁਹਾਨੂੰ ਮੈਂ ਜ਼ਰੂਰ ਪ੍ਰੋਵਾਈਡ ਕਰਵਾਵਾਂਗਾ। ਠੀਕ ਹੈ, ਐਕਸਪਲੇਨ ਵੀ ਕਰਾਂਗਾ, ਤੁਹਾਨੂੰ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂ। ਠੀਕ ਹੈ ਫਰੈਂਡਸ। ਸੋ ਅੱਜ ਆਪਾਂ ਪ੍ਰੈਕਟਿਸ ਕੀਤੀ ਹੈ। ਠੀਕ ਹੈ ਫਰੈਂਡਸ, ਤਾਂ ਆਪਾਂ ਹੁਣ ਸੰਡੇ ਨੂੰ ਇੱਕ ਟੈਸਟ ਵੀ ਲਵਾਂਗੇ, ਜਿਹਦੇ ਨਾਲ ਤੁਹਾਨੂੰ ਹੁਣ ਤੱਕ ਦੀ ਮੈਂ ਸਾਰੇ ਵਿੱਚ ਮਿਕਸ ਕੁਐਸਚਨ ਪਾਵਾਂਗਾ। ਠੀਕ ਹੈ ਨਾ ਫਰੈਂਡਸ। ਓਕੇ, ਜੇ ਤੁਹਾਨੂੰ ਮੇਰੇ ਵੀਡੀਓ ਚਲਾਉਂਦੇ ਹੋਏ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਮੇਰੇ ਵੱਲੋਂ ਮਾਫੀ। ਠੀਕ ਹੈ, ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ। ਠੀਕ ਹੈ ਫਰੈਂਡਸ। ਓਕੇ, ਥੈਂਕ ਯੂ।